ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜਿਵੇਂ ਮੈਂ ਪ੍ਰੋਮਿਸ ਕੀਤਾ ਸੀ, ਅੱਜ ਮੈਂ ਤੁਹਾਨੂੰ ਮਿਲਾ ਰਹੀ ਹਾਂ ਮਿਸਿਸ ਨੇਹਾ ਮੁਲਤਾਨੀ ਵਰਮਾ, ਮਿਸਿਸ ਇੰਡੀਆ USA 2015। Isn't it inspiring? Yes, it is. ਬਿਲਕੁਲ। ਸੋ ਬਹੁਤ ਸਵਾਗਤ ਤੁਹਾਡਾ ਮਿਸਿਸ ਨੇਹਾ। ਸਤਿ ਸ਼੍ਰੀ ਅਕਾਲ ਸਾਰੇ ਜਸ ਪੰਜਾਬੀ ਦੇ ਦਰਸ਼ਕਾਂ ਨੂੰ। ਥੈਂਕ ਯੂ ਅਰਵਿੰਦ ਜੀ ਐਂਡ ਥੈਂਕ ਯੂ ਜਸ ਪੰਜਾਬੀ ਫॉर ਰੀਲੀ ਬ੍ਰਿੰਗਿੰਗ ਮੀ ਔਨ ਦ ਸ਼ੋ। ਬਹੁਤ ਧੰਨਵਾਦ ਤੁਹਾਡਾ। ਯੂ ਆਰ ਸੋ ਵੈਲਕਮ। ਐਂਡ ਅਸੀਂ ਇਸ ਤਰ੍ਹਾਂ ਦੀ ਸਾਰੇ ਮੇਰੇ ਦਰਸ਼ਕ ਜਾਣਦੇ ਨੇ ਕਿ ਜਦੋਂ ਵੀ ਕੋਈ ਐਸਾ ਹਸਤੀ ਮਿਲਦੀ ਹੈ ਜਿਹਦੇ ਨਾਲ ਲੱਗਦਾ ਹੈ ਕਿ ਹਾਂ ਸਾਰਿਆਂ ਨੂੰ ਮਿਲਾਵਾਂ, ਕਿ ਕੁਝ ਇਨਸਪੀਰੇਸ਼ਨ ਮਿਲੇਗੀ। ਕਿ ਮਿਸ ਇੰਡੀਆ ਤਾਂ ਬੜੀ ਵਾਰੀ ਸੁਣਿਆ, ਪਰ ਮਿਸਿਸ ਇੰਡੀਆ ਸਾਡੇ ਕਲਚਰ ਵਿੱਚ ਥੋੜਾ ਘੱਟ ਹੈ, ਤੁਹਾਨੂੰ ਪਤਾ ਹੀ ਹੋਣਾ। ਹਾਂਜੀ। ਸੋ ਆਈ ਰੀਅਲੀ ਵਾਂਟ ਟੂ ਨੋ ਕਿ ਤੁਹਾਡੀ ਕੀ ਸਟੋਰੀ ਹੈ, ਕਿਨੇ ਤੁਹਾਨੂੰ ਇਨਸਪਾਇਰ ਕੀਤਾ ਟੂ ਬੀ ਹੇਅਰ। ਤੇ ਮੈਨੂੰ ਜ਼ਰੂਰ ਦੱਸੋ ਔਰ ਸਾਰਿਆਂ ਨੂੰ ਦੱਸੋ ਕਿ ਇਹ ਸਫ਼ਰ ਸ਼ੁਰੂ ਕਿੱਥੋਂ ਹੋਇਆ। ਸਿੰਸ ਆਈ ਨੋ ਕਿ ਤੁਸੀਂ ਮਾਸਟਰਸ ਹੈਗੇ ਹੋ ਪਬਲਿਕ ਹੈਲਥ ਵਿੱਚ, ਸੋ ਰਾਦਰ ਦੈਨ ਗੋਇੰਗ ਇਨ ਸਮ ਅਦਰ ਦਿਸ ਥਿੰਗ, ਇਹ ਕਿੱਥੋਂ ਪਹੁੰਚੇ, ਇੱਥੇ ਤੁਸੀਂ ਪਹੁੰਚੇ ਕਿਵੇਂ? ਐਕਚੁਅਲੀ ਜਿੱਦਾਂ ਤੁਸੀਂ ਕਿਹਾ ਕਿ ਬਚਪਨ ਤੋਂ ਹੀ ਮਤਲਬ ਕਾਫੀ ਸਾਰੇ ਪੈਜੈਂਟਸ ਵਗੈਰਾ ਮੈਂ ਦੇਖਦੀ ਸੀਗੀ। ਤੇ ਮਿਸ ਤਾਂ ਅਸੀਂ ਬਹੁਤ ਸੁਣਦੇ ਹਾਂ, ਜਿੱਦਾਂ ਮਿਸ ਵਰਲਡ ਹੋ ਗਿਆ, ਮਿਸ ਯੂਨੀਵਰਸ ਹੋ ਗਿਆ, ਯੂ ਨੋ ਵਟ ਨਾਟ। ਤੇ ਮੇਰੀ ਜਰਨੀ ਸ਼ੁਰੂ ਹੋਈ ਐਵਰ ਸਿੰਸ ਆਈ ਵਾਜ਼ ਅ ਲਿਟਲ ਚਾਈਲਡ। ਸੋ ਬਹੁਤ ਮਤਲਬ ਮੈਂ ਦੇਖਦੀ ਸੀ ਕਿ ਜਦੋਂ ਵੀ ਕੋਈ ਬਿਊਟੀ ਪੈਜੈਂਟ ਕੋਈ ਕੁੜੀ ਜਿੱਤਦੀ ਸੀਗੀ, ਬਹੁਤ ਮਤਲਬ ਉਹਨੂੰ ਨਵਾਜ਼ਿਆ ਜਾਂਦਾ ਸੀਗਾ, ਬਹੁਤ ਰਿਸਪੈਕਟ ਮਿਲਦੀ ਸੀਗੀ, ਬਹੁਤ ਰੈਕਗਨੀਸ਼ਨ ਮਿਲਦੀ ਸੀਗੀ। ਤੇ ਫਿਰ ਇਹ ਇੱਦਾਂ ਹੋਇਆ ਕਿ ਇੱਕ ਵਾਰ ਜਦੋਂ ਮੈਂ ਹਾਈ ਸਕੂਲ 'ਚ ਸੀਗੀ ਤੇ ਮੇਰੀ ਇੱਕ ਫਰੈਂਡ ਸੀਗੀ ਤੇ ਉਹਨੇ ਇੱਕ ਲੋਕਲ ਬਿਊਟੀ ਪੈਜੈਂਟ ਜਿੱਤਿਆ। ਤੇ ਫਿਰ ਮੈਂ ਆਸ-ਪਾਸ ਦੇਖਣਾ ਸ਼ੁਰੂ ਕੀਤਾ ਕਿ ਮੇਰੇ ਆਸ-ਪਾਸ ਦੀਆਂ ਕੁੜੀਆਂ ਮਤਲਬ ਪੈਜੈਂਟ ਵਿੱਚ ਪਾਰਟ ਲੈਂਦੀਆਂ ਪਈਆਂ, ਤੇ ਵਾਈ ਨਾਟ ਮੀ। ਬਟ ਮੇਰਾ ਇਹ ਵੀ ਫੋਕਸ ਸੀਗਾ ਕਿ ਮਤਲਬ ਪੜ੍ਹਾਈ ਵੀ ਨਾਲ ਰੱਖਣੀ ਹੈ, ਕਿਉਂਕਿ ਆਫ ਕੋਰਸ ਕਮਿੰਗ ਫਰਮ ਇੰਡੀਅਨ ਕਲਚਰ ਮੇਰੇ ਪੇਰੈਂਟਸ ਕਾਫੀ ਸਟ੍ਰਿਕਟ ਸੀਗੇ ਕਿ ਤੁਸੀਂ ਆਪਣਾ ਪੜ੍ਹਾਈ ਦਾ ਹਮੇਸ਼ਾ ਫੋਕਸ ਰੱਖਣਾ। ਲੇਕਿਨ ਮੰਮੀ ਡੈਡੀ ਵੀ ਹਮੇਸ਼ਾ ਇਹ ਕਹਿੰਦੇ ਸੀ ਕਿ ਅਗਰ ਤੁਸੀਂ ਕੋਈ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਕਰਨੀ ਹੈ, ਤੁਹਾਨੂੰ ਮਤਲਬ ਪੂਰੀ ਇਜਾਜ਼ਤ ਹੈਗੀ ਹੈ ਜੇ ਤੁਸੀਂ ਆਪਣੀ ਲਿਮਿਟਸ ਵਿੱਚ ਰਹਿ ਕੇ ਕਰਦੇ ਹੋ। ਤੇ ਫਿਰ ਮੈਂ 2007 ਦੇ ਵਿੱਚ ਆਈ ਵਾਂਟਡ ਟੂ ਟੇਕ ਪਾਰਟ ਇਨ ਮਿਸ ਇੰਡੀਆ ਨਿਊਯਾਰਕ। ਤੇ ਫਨੀ ਪਾਰਟ ਇਸ ਕਿ ਜਦੋਂ ਮੈਂ ਆਪਣੀ ਮਦਰ ਨੂੰ ਬੋਲਿਆ ਕਿ ਮੰਮੀ ਮੈਨੂੰ ਨਾ ਇਸ ਪੈਜੈਂਟ ਵਿੱਚ ਜਾਣਾ ਹੈ, ਤੇ ਉਹ ਹੱਸ ਪਏ ਕਿਉਂਕਿ ਸਾਡੀ ਫੈਮਿਲੀ ਵਿੱਚ ਕੋਈ ਅੱਜ ਤੱਕ ਪੈਜੈਂਟਸ ਕੀਤਾ ਨਹੀਂ ਹੈ ਕਿਸੇ ਨੇ। ਇਟ ਵਾਜ਼ ਅ ਵੈਰੀ ਫਨੀ ਆਈਡੀਆ ਟੂ ਦੈਮ। ਸਮਹਾਉ ਸਿੱਧੀ ਗੱਲ ਕਹੀ ਜਾਵੇ ਤੇ ਉਹਨਾਂ ਨੇ ਮੇਰੇ 'ਤੇ ਯਕੀਨ ਨਹੀਂ ਰੱਖਿਆ ਕਿ ਤੇ ਉਹਨਾਂ ਨੂੰ ਲੱਗਿਆ ਕਿ ਠੀਕ ਹੈ ਬੇਟਾ, ਅਗਰ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਰ ਸਕਦੇ ਹੋ, ਯੂ ਹੈਵ ਆਰ ਪਰਮਿਸ਼ਨ ਐਜ਼ ਲੌਂਗ ਐਜ਼ ਯੂ ਸਟੇ ਇਨ ਦ ਲਿਮਿਟਸ। ਸੋ ਆਈ went on to participate in Miss India New York 2007. 2007. So I want to make it clear, you were selected then? Yes, I was. Yes. So you were 2007 Miss India USA. I was 2007 Miss India New York, ਜਿਹੜਾ ਕਿ ਮੈਂ ਪੈਜੈਂਟ ਸਟੇਟ ਪੈਜੈਂਟ ਜਿੱਤਿਆ। ਫਿਰ ਉਸ ਤੋਂ ਬਾਅਦ ਮੇਰੀ ਜਰਨੀ ਹੋਈ ਮਿਸ ਇੰਡੀਆ USA ਦੀ। ਤੇ that was also in 2007, but there I was a first runner up. And ਜੀਤੀ ਕੇ ਮਤਲਬ ਮੈਨੂੰ ਬਹੁਤ ਖੁਸ਼ੀ ਹੈ because it was a very big confidence builder for me. Sure. ਤੇ ਬਹੁਤ ਮਤਲਬ ਤੁਸੀਂ ਇੰਨੀ ਲਾਈਵ ਆਡੀਅנס ਦੇ ਸਾਹਮਣੇ ਬੈਠੇ ਹੁੰਦੇ ਹੋ, ਤੁਸੀਂ ਪਾਰਟਿਸਿਪੇਟ ਕਰਦੇ ਹੋ, ਤੁਹਾਡੀ ਵਾਕ, ਤੁਹਾਡਾ ਚੱਲਣਾ, ਤੁਹਾਡਾ ਬੋਲਣਾ, everything ਮਤਲਬ ਜੱਜ ਹੁੰਦਾ ਹੈ। Right. So for me it was a very big confidence. Neha, tell me more about this ਕਿ ਥੋੜੀ ਦੇਰ ਜਿਵੇਂ ਤੁਸੀਂ ਇਕੱਠੇ ਰਹਿੰਦੇ ਹੋ ਜਾਂ ਕੀ ਪ੍ਰੋਸੈਸ ਹੈ? ਬਾਹਰੋਂ ਤੇ ਅਸੀਂ ਸਾਡੇ ਵਰਗੇ ਇੱਕ ਸ਼ੋਅ ਦੇਖਦੇ ਹਾਂ, that's it. Everybody is pretty and then ਪਰ behind the scenes ਕੀ ਚੱਲ ਰਿਹਾ ਹੁੰਦਾ ਉਸ ਵੇਲੇ? Behind the scenes ਬਹੁਤ ਕੁਝ ਚੱਲ ਰਿਹਾ ਹੁੰਦਾ। And tell me more about the efforts also. ਕਿੰਨੀ effort, ਕਿੰਨਾ time consuming ਹੋਏਗਾ ਇਹ process? It's very time consuming. Yes, it is. ਮੈਂ ਸੱਚੀ ਗੱਲ ਦੱਸਾਂ ਕਿ ਮਤਲਬ ਲੋਕਾਂ ਨੂੰ ਬਾਹਰੋਂ ਇਹੀ ਲੱਗਦਾ ਕਿ ਤੁਸੀਂ ਚੰਗੇ ਕੱਪੜੇ ਪਾ ਲਏ, ਚੰਗੇ ਗਹਿਣੇ ਪਾ ਲਏ ਤੇ ਤੁਸੀਂ ਚੱਲ ਪਏ ਸਟੇਜ ਤੇ, ਤੁਸੀਂ ਬੋਲਿਆ, ਲੇਕਿਨ ਇੰਨਾ ਈਜ਼ੀ ਨਹੀਂ ਹੁੰਦਾ ਕਿਉਂਕਿ ਜਦੋਂ ਐਟਲੀਸਟ ਦਿਸ ਈਅਰ ਜਦੋਂ ਮੈਂ ਗਈ ਪੈਜੈਂਟ ਦੇ ਵਿੱਚ, ਇਟ ਵਾਜ਼ ਅ ਵੈਰੀ ਰਿਗਰਸ ਪ੍ਰੋਸੈਸ ਬਿਕੋਜ਼ ਤਿੰਨ ਤੁਸੀਂ ਲਗਾਤਾਰ ਟ੍ਰੇਨਿੰਗ ਕਰਦੇ ਹੋ। ਤੁਸੀਂ ਸਵੇਰੇ 8 ਵਜੇ ਉੱਠਦੇ ਹੋ ਤੇ ਰਾਤ ਨੂੰ 10 ਵਜੇ ਤੁਸੀਂ ਰਿਹਰਸਲਸ ਖਤਮ ਕਰਦੇ ਹੋ। ਤੇ ਉਹਦੇ ਵਿੱਚ ਤੁਹਾਨੂੰ ਪੂਰਾ ਵਾਕ ਸਿਖਾਉਂਦੇ ਨੇ, ਉਹਦੇ ਵਿੱਚ ਤੁਹਾਨੂੰ ਬੋਲਣਾ ਮਤਲਬ ਸਿਖਾਉਂਦੇ ਨੇ, ਤੁਹਾਨੂੰ ਚੱਲਣਾ ਸਿਖਾਉਂਦੇ ਨੇ, ਐਂਡ ਆਫ ਕੋਰਸ ਤੁਹਾਡੇ ਆਊਟਫਿਟਸ ਤਾਂ ਖੁਦ ਦੇ ਹੀ ਹੁੰਦੇ ਨੇ, ਬਟ ਯੂ ਹੈਵ ਟੂ ਬੀ ਵੈਰੀ ਅਲਰਟ ਦੀ ਐਂਟਾਇਰ ਟਾਈਮ ਕਿ ਮਤਲਬ ਮੇਰੇ ਤੇ ਕੀ ਚੰਗਾ ਲੱਗੇਗਾ, ਕਿਉਂਕਿ ਡਰੈਸਿਸ ਤੇ ਮਤਲਬ ਸਾਰੀਆਂ ਚੰਗੀਆਂ ਪਾ ਲੈਂਦੇ ਨੇ, ਲੇਕਿਨ ਜੇ ਤੁਹਾਡੇ ਕੋਲ ਗ੍ਰੇਸ ਨਹੀਂ ਹੈਗੀ, ਤੁਹਾਡੇ ਕੋਲ ਮਤਲਬ ਕੌਨਫੀਡੈਂਸ ਬਿਗੇਸਟ ਥਿੰਗ ਉਹ ਨਹੀਂ ਹੈਗਾ, ਤੇ ਤੁਸੀਂ ਇਟ ਡਜ਼ਨਟ ਮੇਕ ਐਨੀ ਸੈਂਸ ਦੈਨ। ਸੋ ਇਟ ਵਾਜ਼ ਡੈਫੀਨਿਟਲੀ ਵੈਰੀ ਸਟ੍ਰੈਸਫੁਲ ਫॉर मी ਬਿਕਾਜ਼ ਆਈ ਵਾਜ਼ ਆਲਸੋ ਨਾਟ ਵੈਲ। ਮੇਰੀ ਤਬੀਅਤ ਵੀ ਕਾਫੀ ਖਰਾਬ ਸੀਗੀ, ਲੇਕਿਨ ਇੱਕ ਆਪਣੇ ਉੱਤੇ ਹਮੇਸ਼ਾ ਇੱਕ ਸੈਲਫ ਬਿਲੀਵ ਸੀਗਾ ਕਿ ਨਹੀਂ, ਪੈਜੈਂਟ ਮਤਲਬ ਜਿੱਤ ਕੇ ਹੀ ਰਹਿਣਾ ਹੈ। ਐਂਡ ਮੈਂ ਕਦੇ ਵੀ ਆਪਣੇ ਦਿਮਾਗ 'ਚ ਇਹ ਮਤਲਬ ਆ ਨਹੀਂ ਦਿੱਤਾ ਕਿ ਨੋ, ਯੂ ਵਿਲ ਨਾਟ ਵਿਨ। ਆਈ ਵੈਂਟ ਵਿਦ ਦ ਮਾਈਂਡਸੈਟ ਕਿ ਯੂ ਵਿਲ ਵਿਨ। That was 2007.
2007 and even this year. Okay. Yes. So ਉਹਦੇ ਤੇ ਕਾਂਦੇ ਆ because I'm Uh-huh. really interested to know ਕਿ 2007 ਸੇ ਚਲੋ ਮਿਸ ਪੇਰੈਂਟਸ ਨੂੰ ਮਨਾ ਲਿਆ. ਹਾਂਜੀ. Then this gap and then as a Mrs. you came. Yeah. So how was that? You know, was it comfortable with the in-laws, husband? ਉਹਨਾਂ ਦਾ reaction ਕਿਸ ਤਰ੍ਹਾਂ ਦਾ ਸੀ when you said? ਮੈਂ ਐਕਚੁਅਲੀ ਅੱਜ ਇਸ ਚੈਨਲ ਤੇ ਬੈਠ ਕੇ ਇਸ ਕੁਰਸੀ ਤੇ ਬੈਠ ਕੇ ਮੈਂ ਕਹਿ ਸਕਦੀ ਹਾਂ ਕਿ ਜੇ ਉਹਨਾਂ ਦਾ ਸਾਥ ਨਹੀਂ ਹੁੰਦਾ ਮੈਂ ਅੱਜ ਉੱਥੇ ਨਹੀਂ ਬੈਠੀ ਹੁੰਦੀ Right. ਬਿਕੋਜ਼ ਤੁਹਾਡੇ ਹਸਬੈਂਡ ਦੀ ਜੇ ਸਪੋਰਟ ਹੈਗੀ ਤੁਸੀਂ ਕੀ ਕੁਝ ਨਹੀਂ ਕਰ ਸਕਦੇ ਸੋ ਆਈ ਕੈਨ ਸੇ ਦਿਸ ਪ੍ਰਾਊਡਲੀ ਟੁਡੇ ਦੈਟ ਮੇਰੇ ਹਸਬੈਂਡ ਸੀਗੇ ਜਿਨ੍ਹਾਂ ਨੇ ਮਤਲਬ ਐਸ਼ੀ ਮੈਨੂੰ ਇਨਕਰੇਜ ਕੀਤਾ ਦੁਬਾਰਾ ਕਿ ਨੇਹਾ ਅਗਰ ਮਿਸਿਸ ਇੰਡੀਆ USA ਨਿਊਯਾਰਕ ਦਾ ਪੈਜੈਂਟ ਹੈਗਾ ਤੇ ਵਾਈ ਆਰ ਯੂ ਸਟਾਪਿੰਗ ਯੋਰਸੈਲਫ ਤੁਸੀਂ ਜਾਓ ਦੁਬਾਰਾ ਮਤਲਬ ਯੂ ਸਟਿਲ ਹੈਵ ਦ ਗ੍ਰੇਸ ਤੁਹਾਡੇ ਡ੍ਰੀਮਸ ਨੇ ਤੇ ਤੁਸੀਂ ਪੂਰਾ ਉਹਨਾਂ ਨੂੰ ਕਰੋ ਦੇਅਰ ਇਜ਼ ਨਥਿੰਗ ਸਟਾਪਿੰਗ ਯੂ ਸੋ ਜਦੋਂ 2007 ਮੈਂ ਜਦੋਂ ਜਿੱਤ ਗਈ ਸੀਗੀ ਤੇ ਉਸ ਤੋਂ ਬਾਅਦ ਫਿਰ ਕਾਫੀ ਮਾਡਲਿੰਗ ਕੀਤੀ ਕਾਫੀ ਫੈਸ਼ਨ ਸ਼ੋਜ਼ ਕੀਤੇ ਕਾਫੀ ਮਤਲਬ ਲਰਨਿੰਗ ਐਕਸਪੀਰੀਅੰਸ ਰਿਹਾ ਉਹਦੇ ਨਾਲ ਕੀ ਹੋਇਆ ਕਿ ਸਟੇਜ ਦਾ ਮਤਲਬ ਜਿਹੜਾ ਫਾਈਟ ਸੀਗਾ ਉਹ ਥੋੜਾ ਘਟ ਗਿਆ ਮੇਰਾ ਤੇ ਤੁਸੀਂ ਪਬਲਿਕ ਇਵੈਂਟਸ ਤੇ ਜਾਂਦੇ ਹੋ ਤੁਸੀਂ ਬੋਲਦੇ ਹੋ ਤੁਸੀਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋ ਤੇ ਉਹਦੇ ਨਾਲ ਕੀ ਹੁੰਦਾ ਕਿ ਤੁਹਾਨੂੰ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ ਕਿਉਂਕਿ ਕਈ ਤਰ੍ਹਾਂ ਦੇ ਲੋਕ ਮਿਲਦੇ ਨੇ ਤੇ ਕਈ ਤਰ੍ਹਾਂ ਦੀਆਂ ਮਤਲਬ ਇਵੈਂਟਸ ਤੁਸੀਂ ਜਾਂਦੇ ਹੋ ਤੇ it opens up your horizons. I'm sure. Yeah. So and I really thank my parents, my in-laws, जिन्होंने really मतलब किया कि okay, our daughter-in-law can do it, and so here I am. So tell me the difference. ਥੋੜਾ ਜਿਹਾ ਜਿਹੜਾ 2007 ਦੇ ਵਿੱਚ ਇਹ Miss India New York ਬਣੇ and then went to USA pageant too, and now Mrs. कुछ difference when they announce your name. How's the feeling? Actually, not much different. Achha. Because I guess this time I can say कि इस बार मैं थोड़ी ज़्यादा prepare सी क्योंकि पहला मैं pageant चुकी सी. Right. But I can definitely tell you one thing कि मैं definitely nervous सी because मैं 8 साल बाद stage ते फिर आ रही सी as a competitor with other girls and this time मैं Mrs. the category which आई सी इस time काफ़ी लड़कियाँ सी and I can tell you कि everybody was very beautiful, all the girls were very graceful. They sari kuriyan matlab some of them were mothers even, to young kids. So that was very special that I'm competing with ladies who are working ladies and who are very graceful at what they're doing. Te fir jado matlab नाम अनाउंस किया उन्होंने मतलब मेरे ते पेरेंट्स मतलब बहुत ही खुश होए ते मैं हमेशा ये मानती हाँ कि मेरी जित तो ज़्यादा ये मेरे पेरेंट्स दी मेरी हस्बैंड दी ते मेरे इन-लॉज की जित सीगी ते उन्होंने मेरे ते बहुत बिलीव सीगा सो उन्होंने काफ़ी किया कि चलो साडा पूरा मतलब तेरे ते विश्वास हैगा ते बाकी फिर परमात्मा उन्होंने मतलब बहुत मेहर सीगी. Very nice. सो इसी तरह गल होंदी रहेगी. लेट्स टेक अ शॉर्ट ब्रेक. तुसी सारे किते ना जाओ इंजी नेहा नाल गल्लां करांगे ते तुसी भी कॉल कर सकते हो, इहदे नाल गल कर सकते हो. कोई सवाल मंच होए तो जरूर पूछ सकते हो. लेट मी टेक अ शॉर्ट ब्रेक. सारे का फिर स्वागत है. गल असी कर रहे हैं आज मिसेस नेहा मुल्तानी वर्मा, मिसेस इंडिया USA. So once again welcome Neha. This is so nice to have you here and I'm sure सारे जड़े साढ़े viewers आज चा कॉफी लेके बैठे ने बहुत enjoy कर रहे ने थानू अपने living room ਵਿੱਚ पाके. So tell me, we were talking about your journey कि तुहाडा 2007 च as Miss India New York शुरू होया. Now currently you are Mrs. India USA. ते ਇਹਦੇ ਵਿੱਚ responsibilities ਕੀ ਹੁੰਦੀਆਂ मतलब we all know pageants and all like your parents ਬਹੁਤ ਬੰਦਿਆਂ ਨੂੰ ਨਹੀਂ ਪਤਾ ਇਹਦੇ ਬਾਰੇ. ਤੇ ਕਿਸ ਤਰ੍ਹਾਂ ਹੈਗਾ ਕਿ ਇਹਦੇ ਬਾਰੇ ਤੁਸੀਂ ਰਿਸਪੌਂਸਿਬਿਲਿਟੀਜ਼ ਕੀ ਦਿੱਤੀਆਂ ਜਾਂਦੀਆਂ ਫॉर द 1 ईयर ਤੁਹਾਨੂੰ? I mean, let's talk about now. ਸਭ ਤੋਂ ਵੱਡੀ ਰਿਸਪੌਂਸਿਬਿਲਿਟੀ ਐਜ਼ ਅ ਪੈਜੈਂਟ ਵਿਨਰ ਐਜ਼ ਅ ਬਿਊਟੀ ਕੁਈਨ ਇਹ ਹੁੰਦੀ ਕਿ ਤੁਸੀਂ ਇੱਕ ਰਾਈਟ ਐਟੀਕੇਟ ਨਾਲ ਜਾਓ ਕਿਸੇ ਵੀ ਮਤਲਬ ਕਮਿਊਨਿਟੀ ਇਵੈਂਟਸ ਤੇ. ਤੁਹਾਨੂੰ ਜਦੋਂ ਕਮਿਊਨਿਟੀ ਇਵੈਂਟਸ ਤੇ ਲੈ ਕੇ ਜਾਂਦੇ ਨੇ ਇਟ ਇਜ਼ ਵੈਰੀ ਇੰਪੋਰਟੈਂਟ ਕਿ ਤੁਸੀਂ ਠੀਕ ਤਰ੍ਹਾਂ ਬੋਲੋ, ਤੁਸੀਂ ਠੀਕ ਤਰ੍ਹਾਂ ਪੇਸ਼ ਆਓ. ਜਦੋਂ ਮੈਂ ਬਣੀ ਸੀਗੀ ਮਿਸ ਇੰਡੀਆ USA ਮਿਸ ਇੰਡੀਆ ਨਿਊਯਾਰਕ 2007 ਚ ਉਸ ਤੋਂ ਬਾਅਦ ਮਤਲਬ ਪੂਰਾ 1 ਸਾਲ ਕਾਫੀ ਸਾਰੇ ਮਤਲਬ ਕਮਿਊਨਿਟੀ ਇਵੈਂਟਸ ਮੈਨੂੰ ਲੈ ਕੇ ਗਏ. ਮੈਨੂੰ ਮਤਲਬ ਦੂਸਰੇ ਕੰਟਰੀਜ਼ ਚ ਵੀ ਲੈ ਕੇ ਗਏ ਜਿੱਦਾਂ ਆਈ ਵੈਂਟ ਟੂ ਟ੍ਰਿਨਿਡੈਡ ਐਂਡ ਟੋਬੈਗੋ ਸੁਰਿਨਾਮ ਚ ਵੀ ਲੈ ਕੇ ਗਏ. ਉੱਥੇ ਦੇ ਪੈਜੈਂਟਸ ਜੱਜ ਕਰਨਗੇ ਤੇ ਫਿਰ ਉਦੋਂ ਫਿਰ ਜਦੋਂ ਤੁਸੀਂ ਜਾਂਦੇ ਹੋ ਇੱਦਾਂ ਦੀ ਜਗ੍ਹਾਵਾਂ ਤੇ ਨਵੇਂ ਲੋਕਾਂ ਨੂੰ ਮਿਲਦੇ ਹੋ ਇਟਸ ਵੈਰੀ ਇੰਪੋਰਟੈਂਟ ਕਿ ਤੁਸੀਂ ਠੀਕ ਤਰ੍ਹਾਂ ਮਤਲਬ ਪੇਸ਼ ਆਓ ਲੋਕਾਂ ਦੇ ਸਾਹਮਣੇ. ਤੇ ਫਿਰ ਕਮਿਊਨਿਟੀ ਇਵੈਂਟਸ ਅਸੀਂ ਕਾਫੀ ਗਏ ਤੇ ਕਾਫੀ ਮੈਂ ਫਿਰ ਡਾਂਸ ਇਵੈਂਟਸ ਵੀ ਕੀਤੇ ਜਿੱਦਾਂ ਮੈਟਰੋਪੋਲੀਟਨ ਮਿਊਜ਼ੀਅਮ ਆਫ ਆਰਟ ਵਿੱਚ ਐਵਰੀ ਈਅਰ ਇੱਕ ਮਹਾਭਾਰਤ ਹੁੰਦੀ ਹੈ
ਤੇ ਉਹਦੇ ਚ ਫਿਰ ਮੈਨੂੰ ਮਤਲਬ ਇੱਕ ਸਪੈਸ਼ਲ ਮਤਲਬ ਗੈਸਟ ਦੀ ਤਰ੍ਹਾਂ ਨਵਾਜ਼ਿਆ ਗਿਆ ਉੱਥੇ ਮੈਂ ਫਿਰ ਕਥਕ ਡਾਂਸ ਕੀਤਾ ਬਿਕੋਜ਼ ਆਈ ਡਿਡ ਕਥਕ for I'm a trained as a talent also you had I actually I'm a trained Kathak dancer ਤੇ ਉਹ ਫਿਰ ਕਾਫੀ ਕੁਝ ਕੀਤਾ ਤੇ ਸਭ ਤੋਂ I think ਮੈਮੋਰੇਬਲ ਜਿਹੜਾ ਮਤਲਬ ਮੇਰੀ ਲਾਈਫ ਦਾ ਇਵੈਂਟ ਰਿਹਾ ਸੀਗਾ ਜਦੋਂ ਮੈਂ ਅਬਦੁਲ ਕਲਾਮ ਜੀ ਨੂੰ ਮਿਲੀ ਸੀਗੀ ਤੇ ਫਿਰ that as you can say was the most glorious feather in my cap ਤੇ ਉਹਨਾਂ ਨੂੰ ਮੈਂ ਕਦੇ ਸੋਚਿਆ ਵੀ ਨਹੀਂ ਸੀਗਾ ਕਿ ਆਪਣੀ ਲਾਈਫ ਵਿੱਚ ਮਿਲਾਂ ਕਿ ਤੁਸੀਂ ਇੰਨੀ ਵੱਡੀ ਹਸਤੀਆਂ ਨੂੰ ਮਿਲਦੇ ਹੋ ਤੇ ਯੂ ਫੀਲ ਵੈਰੀ ਹੰਬਲਡ ਬਿਕੋਜ਼ ਜਦੋਂ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਮੈਂ ਕਿਹਾ ਅਗਰ ਉਹ ਕਦੇ ਸਾਡੀ ਕੰਟਰੀ ਦੇ ਲੀਡਰ ਸੀਗੇ ਤੇ ਜ਼ਰੂਰ ਮਤਲਬ ਕੋਈ ਗੱਲ ਹੋਏਗੀ ਤੇ ਜਦੋਂ ਉਹਨਾਂ ਅਸੀਂ ਗੱਲਬਾਤ ਕੀਤੀ ਇੰਨੇ ਮਤਲਬ ਉਹਨਾਂ ਦੇ ਚੰਗੇ ਸ਼ਬਦ ਸੀਗੇ ਇੰਨੇ ਇੰਸਪਾਇਰਿੰਗ ਸੀਗੇ ਕਿ ਇਟ ਰੀਅਲੀ ਫੈਲਟ ਵੈਰੀ ਪ੍ਰਾਊਡ and of course now that I am Mrs. India USA the same responsibilities carry on ਤੁਸੀਂ ਮਤਲਬ various events ਤੇ ਜਾਂਦੇ ਹੋ ਤੁਸੀਂ ਮਤਲਬ ਕਾਫੀ ਸਾਰੇ charity events ਕਰਦੇ ਹੋ ਤੁਸੀਂ you're ambassador of goodwill so how does it what job do you do otherwise in your daily life for a living? I'm actually a business analyst with the Cushman and Wakefield which is a very large real estate firm worldwide so ਉਹਨਾਂ ਤੋਂ ਛੁੱਟੀ ਲੈ ਕੇ you really have to go around yes ਹਾਂਜੀ I'm sure every company will be so happy to have you so chutti is not a problem ਪਰ ਕਦੇ ਵੀਕਐਂਡਸ ਤੇ efforts ਜਿਹੜੀ ਅੱਛਾ mostly weekends ਤੇ ਹੋ ਜਾਂਦੇ ਨੇ ਤੇ ਫਿਰ ਉਹ ਮੇਰੇ ਸਕੇਡਿਊਲ ਨਾਲ ਮਤਲਬ ਹੋ ਜਾਂਦਾ ਹੈ ਦਾ ਕਲੈਸ਼ ਤੇ ਇਟਸ ਗੁੱਡ ਬਹੁਤ ਵਧੀਆ ਸੋ ਟੈਲ ਮੀ ਲਿਟਲ ਮੋਰ ਅਬਾਊਟ ਕਿ ਤੁਸੀਂ ਜਿਹੜਾ during this ਜਦੋਂ ਸਿਲੈਕਸ਼ਨ ਪ੍ਰੋਸੈਸ ਹੁੰਦਾ ਹੈ ਬਿਕਾਜ਼ ਮੇਬੀ ਟੁਡੇ ਇੱਕ ਅਸੀਂ ਉਹਦਾ ਜਿਹੜਾ ਜਿਵੇਂ ਤੁਸੀਂ ਕਿਹਾ ਤੁਹਾਡੇ ਪੇਰੈਂਟਸ ਨੇ ਬਿਲਕੁਲ ਕਿਆ ਸਮਾਈਲ ਕੀਤਾ ਐਂਡ ਦੇ ਵਰ ਫਾਈਨ ਹੋ ਸਕਦਾ ਕਿਸੇ ਦੀ ਕੁੜੀਆਂ ਕਹਿਣ ਅਗਰ ਤੇ ਉਹ ਮੇਰੇ ਵਰਗੇ ਹੋਣ ਤੇ ਕਹਿਣ ਕਿ ਆਈ ਡੋਂਟ ਨੋ ਮਚ ਅਬਾਊਟ ਦਿਸ ਆਈ ਡੋਂਟ ਨੋ ਵਾਟ ਕਾਈਂਡ ਆਫ ਵਰਲਡ ਇਟ ਇਜ਼ ਮੈਨੂੰ ਨਹੀਂ ਪਤਾ ਕਿਹੜੀ ਦੁਨੀਆ ਦੇ ਵਿੱਚ ਤੂੰ ਕਿਉਂਕਿ ਵੀ ਆਰ ਨਾਟ ਵੈਰੀ ਫੈਮਿਲੀਅਰ ਸੋ ਹੋ ਸਕਦਾ ਤੇ ਹੋਰ ਥੋੜਾ ਦੱਸੋ ਕਿ ਸਿਲੈਕਸ਼ਨ ਪ੍ਰੋਸੈਸ ਕਿਹੋ ਜਿਹਾ ਉੱਥੇ ਦਾ ਮਾਹੌਲ ਕਿਹੋ ਜਿਹਾ ਹੈ ਬਾਕੀ ਸਾਰੇ ਕੀ ਕਰਦੇ ਹੈ So ਜਿਸ ਤਰ੍ਹਾਂ I'm sure ਕਿ ਸਾਰੀਆਂ ਹੀ ਸੋਹਣੀਆਂ ਕੁੜੀਆਂ ਇਕੱਠੀਆਂ ਖੜੀਆਂ ਕੋਈ jealousy ਕੋਈ what kind of those things are there ਦੇਖੋ ਨੈਗੇਟਿਵਿਟੀ ਜੈਲਸੀ ਇਹ ਤਾਂ ਮਤਲਬ ਹਰ ਪਾਸੇ ਹੁੰਦੀ ਹੈ ਯੂ ਕੈਨੋਟ escape that but ਮੇਰਾ ਹਮੇਸ਼ਾ ਇਹ ਮੰਨਣਾ ਹੈ ਕਿ never let anyone get underneath your skin ਤੇ ਤੁਸੀਂ ਹਮੇਸ਼ਾ ਜੇ ਤੁਸੀਂ ਆਪਣੇ ਆਪ ਤੇ ਬਲੀਵ ਨਹੀਂ ਕਰਦੇ ਹੋ ਤੇ ਫਿਰ ਤੁਹਾਡੇ ਤੇ ਕੋਈ ਵੀ ਬਲੀਵ ਨਹੀਂ ਕਰੇਗਾ I mean ਉੱਥੇ there were my 55 girls at the pageant and ਮਤਲਬ ਸਾਰੀਆਂ ਬਹੁਤ ਸੋਹਣੀਆਂ ਸੀਗੀਆਂ ਸਾਰਿਆਂ ਦੇ ਮਤਲਬ ਡਰੈਸਸ ਬੜੇ ਸੋਹਣੇ ਸੀਗੇ very good etiquette ਚੱਲਣਾ ਮਤਲਬ ਬਹੁਤ ਅੱਛਾ graceful everything ਲੇਕਿਨ at the end of the day ਗੱਲ ਉੱਥੇ ਆ ਜਾਂਦੀ ਹੈ ਕਿ ਤੁਸੀਂ ਆਪਣੇ ਆਪ ਤੇ ਕਿੰਨਾ ਬਲੀਵ ਕਰਦੇ ਹੋ ਤੁਸੀਂ ਆਪਣੇ ਆਪ ਨੂੰ ਕਿੱਦਾਂ ਕੈਰੀ ਕਰਦੇ ਹੋ ਜਦੋਂ ਇਹ ਪੈਜੈਂਟ ਦੀ ਸਿਲੈਕਸ਼ਨ ਹੁੰਦੀ ਹੈ ਉਹ ਮਤਲਬ ਸਾਰਾ ਕੁਝ ਦੇਖਦੇ ਨੇ ਉਹ ਇਹ ਸਭ ਨਹੀਂ ਦੇਖਦੇ ਕਿ ਮਤਲਬ ਤੁਸੀਂ ਕਿੰਨੇ ਸੋਹਣੇ ਹੋ ਬਿਕੋਜ਼ ਸੋਹਣੀਆਂ ਤੇ ਫਿਰ ਵੱਧ ਤੋਂ ਵੱਧ ਨੇ ਲੇਕਿਨ ਤੁਸੀਂ ਕਿੱਦਾਂ ਬੋਲਦੇ ਹੋ ਤੁਸੀਂ ਕਿੱਦਾਂ ਆਪਣੇ ਆਪ ਨੂੰ ਕੰਡਕਟ ਕਰਦੇ ਹੋ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਮਤਲਬ ਬਿਹੇਵ ਕਰਦੇ ਹੋ ਇਨ ਵੈਰੀਅਸ ਸਿਚੁਏਸ਼ਨਸ ਬਿਕੋਜ਼ ਪੈਜੈਂਟ ਜਿਹੜਾ ਐਂਟਾਇਰ ਸਿਲੈਕਸ਼ਨ ਪ੍ਰੋਸੈਸ ਹੁੰਦਾ ਹੈ ਜਿਹੜਾ ਰਿਹਰਸਲ ਪ੍ਰੋਸੈਸ ਹੁੰਦਾ ਹੈ ਇੰਨਾ ਸਟ੍ਰੈਸਫੁਲ ਹੁੰਦਾ ਹੈ ਨਾ ਐਂਡ ਮੈਂ ਮਤਲਬ ਅੱਜ ਕਹਿ ਸਕਦੀ ਹਾਂ ਕਿ ਮੇਰੀ ਤਬੀਅਤ ਇੰਨੀ ਖਰਾਬ ਸੀਗੀ ਕਿ ਆਈ ਹੈਡ ਅ ਵੈਰੀ ਬੈਡ ਫੀਵਰ ਆਈ ਹੈਡ ਕਮ ਫਰਮ ਇੰਡੀਆ ਮਤਲਬ ਇੱਕ ਹਫ਼ਤਾ ਪਹਿਲਾਂ ਮੈਂ ਇੰਡੀਆ ਤੋਂ ਆਈ ਸੀਗੀ ਤੇ ਫਿਰ ਉਹ ਵੈਦਰ ਚੇਂਜ ਐਂਡ ਵਾਟ ਨਾਟ ਲੇਕਿਨ ਡਿਸਪਾਈਟ ਆਲ ਆਫ ਦੈਟ ਬਸ ਆਪਣੇ ਆਪ ਤੇ ਯਕੀਨ ਰੱਖਿਆ ਆਪਣੇ ਆਪ ਨੂੰ ਮੈਂ ਬਾਰ-ਬਾਰ ਕਹਿੰਦੀ ਰਹੀ ਕਿ ਨੇਹਾ ਯੂ ਹੈਵ ਟੂ ਗੈਟ ਦ ਕਰਾਊਨ Oh really? Yeah, so that's sweet and tell us more about your childhood ਕਿ ਕਿਸ ਤਰ੍ਹਾਂ ਤੁਸੀਂ ਬਚਪਨ ਤੋਂ ਇਸ ਤਰ੍ਹਾਂ ਜਿਵੇਂ ਦੱਸ ਰਹੇ ਸੀ ਸੋਰੇ ਕਿੱਥੇ ਜੰਪਲ ਹੋਈ ਕਿੱਥੇ ਪੜ੍ਹਾਈ ਹੋਈ ਮੇਰੀ ਐਕਚੁਅਲੀ ਬਰਥ ਹੋਈ ਸੀ ਕਿ ਇੰਡੀਆ ਤੇ ਮੈਂ ਐਕਚੁਅਲੀ ਚੰਡੀਗੜ੍ਹ ਤੋਂ ਹਾਂ ਅੱਛਾ ਹਾਂਜੀ ਚੰਡੀਗੜ੍ਹ ਤੋਂ ਅਸੀਂ ਤੇ ਮੇਰੇ ਮਤਲਬ ਪੇਰੈਂਟਸ ਤੇ ਮੈਂ ਜੀ ਕਾਫੀ ਯੰਗ ਉਮਰ ਚ ਅਸੀਂ ਆ ਗਏ ਸੀਗੇ ਇਟਸ ਮੀ ਐਂਡ ਮਾਈ ਬ੍ਰਦਰ ਇਨ ਦ ਫੈਮਿਲੀ ਤੇ ਮੈਂ 7 ਇਅਰਸ 올ਡ ਸੀਗੀ ਤੇ ਮੇਰੇ ਬ੍ਰਦਰ 5 ਇਅਰਸ 올ਡ ਸੀਗੇ ਤੇ ਫਿਰ ਬਚਪਨ ਤੋਂ ਹੀ ਅਸੀਂ ਨਿਊਯਾਰਕ ਚ ਸੀਗੇ ਤੇ ਨਿਊਯਾਰਕ ਚ ਮੇਰੀ ਪਰਵਰਿਸ਼ ਹੋਈ ਉੱਥੇ ਮੈਂ ਮਤਲਬ ਆਪਣੀ ਸਾਰੀ ਪੜ੍ਹਾਈ ਕੀਤੀ ਉੱਥੇ ਹੀ ਮਤਲਬ ਸਾਰਾ ਫਿਰ ਮੇਰਾ ਪੈਜੈਂਟ ਦਾ ਸਫ਼ਰ ਸ਼ੁਰੂ ਹੋਇਆ ਤੇ ਬਚਪਨ ਚ ਅਸੀਂ ਦੇਖਿਆ ਕੀ ਉਮਰ ਹੋਏਗੀ ਉਸ ਵੇਲੇ ਜਦੋਂ 2007 ਦੇ ਨੇੜੇ ਪਹਿਲੇ ਤੁਸੀਂ ਸੋਚਿਆ ਕਿ ਓਕੇ ਲੈਟ ਮੀ ਗੋ ਟੂ ਮੈਂ ਐਕਚੁਅਲੀ ਪੈਜੈਂਟ ਦੇ ਬਾਰੇ ਬਹੁਤ ਸੀਰੀਅਸਲੀ 2005 ਚ ਸੋਚਣਾ ਸ਼ੁਰੂ ਕਰ ਦਿੱਤਾ ਸੀਗਾ ਬਿਕੋਜ਼ ਇਹ ਜਿਹੜਾ ਪੈਜੈਂਟ ਹੈਗਾ ਮਿਸ ਇੰਡੀਆ ਨਿਊਯਾਰਕ ਮਿਸ ਇੰਡੀਆ USA ਇਹ ਦੁਨੀਆ ਦਾ ਸਭ ਤੋਂ ਵੱਡਾ ਪੈਜੈਂਟ ਹੈ ਆਊਟਸਾਈਡ ਆਫ ਇੰਡੀਆ ਅੱਛਾ ਸੋ ਇਹਦੇ ਬਾਰੇ ਕਾਫੀ ਨਿਊਜ਼ਪੇਪਰ ਸੁਣਨ ਨੂੰ ਆਉਂਦਾ ਸੀਗਾ ਤੇ ਮੈਂ ਦੇਖਿਆ ਕਰਦੀ ਸੀ ਕਿ ਫੋਟੋਆਂ ਕਿ ਕਾਸ਼ ਕਦੇ ਮੇਰੀ ਵੀ ਇਦਾਂ ਫੋਟੋ ਆ ਜਾਏ ਇੱਕ ਦਿਨ ਬਿਕੋਜ਼ ਮੈਂ ਤੁਹਾਨੂੰ ਦੱਸਿਆ ਇਦਾਂ ਕਿ ਬਹੁਤ ਰਿਸਪੈਕਟ ਮਿਲਦੀ ਹੈ ਬਹੁਤ ਰੈਕਗਨੀਸ਼ਨ ਮਿਲਦਾ ਹੈ ਔਰ ਮੈਨੂੰ ਸ਼ੁਰੂ ਤੋਂ ਹੀ ਸੀ ਕਿ ਮੈਂ ਨਾ ਆਪਣੀ ਇੱਕ ਪਹਿਚਾਣ ਬਣਾਉਣੀ ਹੈ ਤੇ ਪੈਜੈਂਟ ਤੋਂ ਵੱਡਾ ਪਲੇਟਫਾਰਮ ਮੈਨੂੰ ਕੀ ਮਿਲ ਸਕਦਾ ਸੀਗਾ ਤੇ ਮੈਂ ਰੀਲੀ ਮਤਲਬ ਪਰਮਾਤਮਾ ਦਾ ਬਹੁਤ ਸ਼ੁਕਰ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਇਦਾਂ ਦੀ ਇੱਕ ਓਪਰਚੁਨਿਟੀ ਦਿੱਤੀ ਮੇਰੇ ਪੇਰੈਂਟਸ ਦਾ ਬਹੁਤ ਸਾਥ ਸੀਗਾ ਤੇ ਮੇਰੇ ਤੇ ਬਲੀਵ ਕੀਤਾ ਕਿ ਓਕੇ ਬੇਟਾ ਤੁਸੀਂ ਜਾਓ ਐਂਡ ਜਦੋਂ ਫਿਰ ਮੈਂ ਜਿੱਤ ਗਈ ਤੇ ਮਤਲਬ वही न्यूज़पेपर्स ਤੁਸੀਂ ਪੜ੍ਹਦੇ ਹੋ ਆਪਣੇ ਬਾਰੇ and then ਇੱਕ ਆਪਣੀ ਇੱਕ ਪਹਿਚਾਨ ਬਣ ਜਾਂਦੀ ਹੈ so you feel good about it of course
So tell me a little bit more about any incident or any events which happened behind the scene. I'll tell you ਹੋਰ something. ਕੁੜੀਆਂ ਨਾਲ ਦੋਸਤੀ ਹੋਈ ਜਾਂ ਕੋਈ ਜ਼ਿਆਦਾ ਪਰੇਸ਼ਾਨ ਕਰਨ ਲੱਗ ਗਿਆ ਜਾਂ ਸਮਥਿੰਗ ਪਰੇਸ਼ਾਨੀ ਤੇ ਮਤਲਬ ਮੈਨੂੰ ਕੋਈ ਨਹੀਂ ਹੋਈ ਬਿਕੋਜ਼ ਮੈਂ ਕੇਅਰ ਨਹੀਂ ਕਰਦੀ ਮੈਂ ਐਕਚੁਅਲੀ ਜਦੋਂ ਇੱਦਾਂ ਮੈਂ ਜ਼ਰੂਰ ਕਵਾਂਗੀ ਕਿ ਡਿਸਪਾਈਟ ਮੇਰੀ ਹੈਲਥ ਦੀ ਵਜ੍ਹਾ ਤੋਂ ਮੇਰਾ ਬਸ ਇੱਕ ਮਿਸ਼ਨ ਸੀਗਾ ਕਿ ਆਈ ਹੈਵ ਟੂ ਵਿਨ ਔਰ ਉਹਨੂੰ ਮੈਂ ਮਤਲਬ ਆਪਣੇ ਫੋਕਸ ਵਿੱਚ ਰੱਖਿਆ ਤੇ ਲੇਕਿਨ ਇੱਕ ਫਨੀ ਇਨਸੀਡੈਂਟ ਹੋਇਆ ਕਾਫੀ ਫਨੀ ਵੀ ਥੋੜਾ ਸਟ੍ਰੇਂਜ ਵੀ ਥੋੜਾ ਸਟ੍ਰੈਸਫੁਲ ਵੀ ਬਿਕੋਜ਼ ਕੀ ਹੋਇਆ ਕਿ ਜਦੋਂ ਮੈਂ ਸਟੇਜ ਤੇ ਜਾਣਾ ਸੀਗਾ the day of the pageant ਮੇਰਾ ਸੈਸ਼ ਗੁੰਮ ਗਿਆ ਜਿਹਦੇ yeah it had my name and my contestant number ਉੱਤੇ ਲਿਖਿਆ ਸੀਗਾ ਜਿੱਦਾਂ ਨੇਹਾ contestant number 7 ਤੇ ਮੈਂ ਇੱਧਰ ਉੱਧਰ ਲੱਭਣ ਦੀ ਸੀਗੀ ਚੇਂਜਿੰਗ ਰੂਮ ਵਿੱਚ ਤੇ ਉਹ ਮਿਲਿਆ ਹੀ ਨਹੀਂ ਐਂਡ ਉਹ ਹੋਰ ਸਟ੍ਰੈਸ ਮੈਨੂੰ ਹੋ ਗਈ ਮੈਂ ਕਿਹਾ ਇੱਦਾਂ ਕਿੱਦਾਂ ਹੋ ਸਕਦਾ ਬਿਕੋਜ਼ 55 ਗਰਲਸ ਹੈਗੀਆਂ ਤੇ ਸਿਰਫ ਮੇਰਾ ਹੀ ਮਤਲਬ ਹੈਗਾ ਨਹੀਂ ਤੇ ਉਸ ਵਕਤ ਫਿਰ ਮੈਂ ਤੇ ਕਾਫੀ ਪਰੇਸ਼ਾਨੀ ਵਿੱਚ ਆ ਗਈ ਬਟ ਫਿਰ ਮੇਰੇ ਹਸਬੈਂਡ ਆਏ ਹੀ ਵਾਸ ਲਾਈਕ ਯੂ ਨੋ ਵਾਟ ਨੇਹਾ ਡੋਂਟ ਵਰੀ go on the stage walk the ramp and you do what you do best ਤੇ ਫਿਰ ਉਹਦੇ ਨਾਲ ਕੀ ਹੋਇਆ ਕਿ ਮੈਨੂੰ ਕਾਫੀ ਹੌਸਲਾ ਮਿਲਿਆ ਤੇ So you walked without your I did. I actually did. That was a funny part. But, you know, I guess मेरा लहंगा ना सोना सिगा कि they didn't care. And that was another comment about that was that कि what's very special is कि ਜਦੋਂ ਮੈਨੂੰ crown पहनाया गया मैं अपनी शादी का जोड़ा पहना सिगा. So it's lucky for me. Oh, that's nice. Yeah. So sweet. Let's take one call. Sure. You know, viewers thought ਨਾਲ ਗੱਲ ਕਰਨਾ ਚਾਹ ਰਹੇ ਹਨ. So let's see. Hello. ਹਾਂਜੀ ਸਤਿ ਸ਼੍ਰੀ ਅਕਾਲ. Hi, this is Mickey. ਮਿੱਕੀ ਜੀ ਸਤਿ ਸ਼੍ਰੀ ਅਕਾਲ. Welcome. Sat Shri Akal ji. It's a very good you brought Neha. ਜੀ ਜੀ Thank ਬਿਲਕੁਲ you. ਗੱਲ ਕਰੋ ਇਹਨਾਂ ਨਾਲ. Hi Neha. how Hi, are ਸਤਿ ਸ਼੍ਰੀ you? ਅਕਾਲ ਮਿੱਕੀ ਜੀ. You are a good inspiration to the Punjabi married women, especially you. those Thank who you. think that marriage is a end to their goal, ambition, and their hobbies. You know. हाँ जी हाँ जी एकदम So ਤੁਸੀਂ ਠੀਕ you are ਕਹਿ a ਰਹੇ big ਹੋ. inspiration because usually ladies think that after marriage they should now just they should be having kids and raising them and taking care of the home should be their goal, you know. So you are a good example. So would you suggest 3 things what a lady should have after wedding, after marriage? What a lady should have 3 things to achieve their goals after marriage. So, ਦੇਖੋ ਸਭ ਤੋਂ ਪਹਿਲਾਂ ਤੇ ਮੈਂ ਬਾਰ-ਬਾਰ ਇਸ ਪੁਆਇੰਟ ਤੇ ਕਾਫੀ ਮਤਲਬ ਬੋਲ ਰਹੀ ਹਾਂ ਕਿ ਯੂ نو ਤੁਹਾਨੂੰ ਆਪਣੇ ਆਪ ਤੇ ਬਲੀਫ ਰੱਖਣਾ ਚਾਹੀਦਾ ਤੁਹਾਨੂੰ ਆਪਣੇ ਮਤਲਬ ਜੇ ਤੁਹਾਡੀ ਲਾਈਫ ਤੇ ਕੋਈ ਸੁਪਨੇ ਹੈਗੇ ਆ ਤੁਸੀਂ ਆਪਣੇ ਆਪ ਤੇ ਯਕੀਨ ਰੱਖੋ ਤੇ ਸਾਹਮਣੇ ਵਾਲਾ ਵੀ ਹੈ ਨਾ ਤੇ ਸਾਹਮਣੇ ਵਾਲਾ ਤੁਹਾਡੇ ਤੇ ਯਕੀਨ ਰੱਖੇਗਾ ਐਂਡ ਮੈਰਿਜ ਸਾਡੇ ਕਲਚਰ ਵਿੱਚ ਮਤਲਬ ਬਹੁਤ ਵੱਡੀ ਚੀਜ਼ ਹੁੰਦੀ ਹੈ ਤੇ ਫਿਰ ਮੈਨੂੰ ਲੱਗਦਾ ਹੈ ਕਿ ਮਤਲਬ ਜੇ ਤੁਹਾਡਾ ਲਾਈਫ ਪਾਰਟਨਰ ਤੁਹਾਡਾ ਸਪੋਰਟ ਕਰਦਾ ਨਾ ਇਹ ਮਤਲਬ 50% ਆਫ ਦਾ ਬੈਟਲ ਤੁਸੀਂ ਜਿੱਤੀ ਗਏ ਜੇ ਮੇਰੇ ਹਸਬੰਡ ਦਾ ਮੈਨੂੰ ਅੱਜ ਸਪੋਰਟ ਹੁੰਦਾ ਤੇ ਮੈਂ ਅੱਜ ਇਸ ਕੁਰਸੀ ਤੇ ਨਹੀਂ ਬੈਠੀ ਹੁੰਦੀ ਮੈਂ ਇਸ ਮਤਲਬ ਮਾਹੌਲ 'ਚ ਨਹੀਂ ਆਂਦੀ ਮੈਂ ਜਸ ਪੰਜਾਬੀ ਮਿਸ ਅਰਵਿੰਦ ਨਾਲ ਗੱਲ ਨਹੀਂ ਕਰ ਰਹੀ ਹੁੰਦੀ ਤੇ ਫਿਰ ਹੈਵਿੰਗ ਅ ਰਾਈਟ ਯੂ نو ਲਾਈਫ ਪਾਰਟਨਰ is really very very important and thirdly I would really say that you know just be focused because Keep focused, haan ji just keep focused because you know ਅਗਰ ਤੁਸੀਂ ਆਪਣੀ ਲਾਈਫ ਦਾ ਇੱਕ ਮਿਸ਼ਨ ਕੁਝ ਪਾਣਾ ਚਾਹੁੰਦੇ ਹੋ ਨਾ ਤਾਂ ਇਹਨੂੰ ਮਤਲਬ ਫੋਕਸ ਰਹਿਣਾ ਹੀ ਪੈਂਦਾ ਹੈ ਮਤਲਬ ਮੇਰਾ ਬਚਪਨ ਤੋਂ ਇੱਕ ਫੋਕਸ ਸੀਗਾ ਕਿ ਹਾਂ ਮੈਂ ਪੈਜੈਂਟਸ ਕਰਨਾ ਹੈ ਤੇ ਮੈਂ ਹਮੇਸ਼ਾ ਫੋਕਸ ਰੱਖਿਆ ਜਦੋਂ ਮੈਂ So you think self trust, having a good partner and focus. yes 3 things yeah. These 3 things you think that they should make you achieve your goals after marriage. definitely thank you so much Mickey ji. Thank you Neha. Appreciate Mickey ji and Mickey ji ਦਾ ਹੀ question ਮੈਂ ਥੋੜਾ ਜਿਹਾ ਐਕਸਟੈਂਡ ਕਰਾਂ ਅਗਰ ਕਿ ਜਿਸ ਤਰ੍ਹਾਂ ਤੁਸੀਂ 2-3 ਚੀਜ਼ਾਂ ਕਹੀਆਂ trust in yourself you know focus on what you are trying to achieve and ਜਿਹੜਾ ਵਿੱਚ ਵਾਲਾ ਕਿ marriage partner ਅੱਛਾ ਹੋਏ we here believe a lot ਕਿ ਕਈ ਵਾਰੀ marriage partner destined ਹੈ ਕਿ you know ਕੌਣ ਮਿਲਿਆ ਕੁਛ ਹਾਂਜੀ what will you tell them ਜਿਹੜੇ ਕਿ ਨਹੀਂ favorable partners ਮਿਲਦੇ or they don't want this thing then what do you suggest ਕਿ ਕੀ ਕਰੋ ਮੈਂ ਡੈਫੀਨਿਟਲੀ ਉਹਨਾਂ ਨੂੰ ਇਹ ਕਹਾਂਗੀ ਕਿ ਮਤਲਬ ਦੇਖੋ I know, I don't want to put you now. No, It's a tough question. that's It's not an perfect. easy answer. It's not an easy answer and you know something ਸੱਚੀ ਗੱਲ ਦੱਸਾਂ ਤੇ ਕਾਫੀ ਸਾਰੇ ਮਤਲਬ ਇਦਾਂ ਦੇ ਹੁੰਦੇ ਵੀ ਨੇ ਮਤਲਬ
ਮੇਲਸ ਸਾਡੀ Yeah. ਕਮਿਊਨਿਟੀ ਵਿੱਚ ਉਹ ਮਤਲਬ ਨਹੀਂ ਪਸੰਦ ਕਰਦੇ ਕਿ ਉਹਨਾਂ ਦੀ ਵਾਈਫਸ ਮਤਲਬ ਦੁਬਾਰਾ ਮਾਡਲਿੰਗ 'ਚ ਜਾਣ ਜਾਂ ਪੈਜੈਂਟਸ ਜਾਣ ਐਂਡ ਆਈ ਮਤਲਬ ਕਾਫੀ ਮੈਂ ਮਿਲੀ ਵੀ ਸੀਗੀ ਇੱਦਾਂ ਦੇ Right, I'm sure. ਮੈਂ ਆਪਣੀ ਕੁਝ ਕਜ਼ਨਸ ਨੂੰ ਵੀ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹਨਾਂ ਦੇ ਹਸਬੈਂਡ ਫਿਰ ਨਹੀਂ ਅਲਾਉ ਕਰਦੇ ਐਂਡ ਇਟਸ ਟੋਟਲੀ ਅੰਡਰਸਟੈਂਡੇਬਲ ਲੇਕਿਨ ਮੈਂ ਅੱਜ ਇਸ ਸ਼ੋਅ ਤੇ ਆ ਕੇ ਇਹ ਕਹਿ ਸਕਦੀ ਹਾਂ ਕਿ ਮਤਲਬ ਐਟਲੀਸਟ ਇਹ ਜਿਹੜਾ ਪੈਸ਼ਨ ਹੈਗਾ ਇਹ 'ਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਕਿ ਦੇਅਰਸ ਐਨੀਥਿੰਗ ਨੈਗੇਟਿਵ ਅਬਾਊਟ ਇਟ ਇਨ ਫੈਕਟ ਮਤਲਬ ਇਹ ਤੁਹਾਨੂੰ ਇੰਨਾ ਵੱਡਾ ਪਲੇਟਫਾਰਮ ਦਿੰਦਾ ਆਪਣੇ ਡ੍ਰੀਮਸ ਨੂੰ ਸਾਕਾਰ ਕਰਨ ਦਾ ਆਪਣੇ ਆਪ ਦੇ ਬਾਰੇ ਮਤਲਬ ਜਾਣਨ ਦਾ ਆਪਣਾ ਕੌਨਫੀਡੈਂਸ ਬਣਾਉਣ ਦਾ ਤੇ ਫਿਰ ਐਂਡ ਆਈ ਥਿੰਕ ਕਿ ਇਟਸ ਵੈਰੀ ਇੰਪੋਰਟੈਂਟ ਕਿ ਤੁਸੀਂ ਆਪਣੀ ਲਾਈਫ ਪਾਰਟਨਰ ਤੇ ਇੱਕ ਯਕੀਨ ਰੱਖੋ ਤੁਸੀਂ ਉਹਨਾਂ ਤੇ ਜੇ ਟਰਸਟ ਕਰਦੇ ਹੋ then why would you stop them achieving their goals because marriage goes hand in hand. So beautiful. So basically, Neha is trying to tell everyone who's not supporting their partners, wives or husbands, support them. That's good. Let me take a short break. Come back. तुसी सारे इसी तरह बैठे रहो and Neha जी नाल गल करो. ਸਾਰਿਆਂ ਦਾ ਫਿਰ ਸਵਾਗਤ ਹੈ ਗੱਲ ਕਰ ਰਹੇ ਹਾਂ ਨੇਹਾ ਨਾਲ ਸੋ ਵਾਂਸ ਅਗੇਨ ਵੈਲਕਮ ਬੈਕ ਨੇਹਾ ਜੀ tell us more about ਕਿ ਕਿਸ I mean I am really interested to introduce ਸਾਰਿਆਂ ਨੂੰ ਕਿ ਕਿਸ ਤਰ੍ਹਾਂ ਦੀ ਸਾਡੀ ਇਹ ਜਰਨੀ ਹੁੰਦੀ ਹੈ and then ਕਿਸ ਤਰ੍ਹਾਂ ਦੇ ਰਾਉਂਡਸ ਹੁੰਦੇ ਹਾਂਜੀ will you tell us a little more about that ਰਾਉਂਡਸ ਤੇ ਮਤਲਬ ਜ਼ਿਆਦਾ ਕੁਝ ਕੰਪਲਿਕੇਟਡ ਮਤਲਬ ਨਹੀਂ ਕਿਸ ਤਰ੍ਹਾਂ ਦੇ ਹੁੰਦੇ ਜਜਮੈਂਟ ਕਿਸ ਲੈਵਲ ਤੇ ਕਰਦੇ ਹੈ ਕਿਆ ਕ੍ਰਾਈਟੇਰੀਆਜ਼ ਕੀ ਹੁੰਦੇ ਜਜਮੈਂਟ ਕਾਫੀ ਮਤਲਬ ਲੈਵਲ ਤੇ ਹੁੰਦੀ ਹੈ ਬਟ ਓਵਰਆਲ ਮਤਲਬ ਹੁੰਦਾ ਹੈ ਕਿ ਜਿੱਦਾਂ ਤੁਹਾਡਾ ਈਵਨਿੰਗ ਵੇਅਰ ਜਿਹੜੇ ਤੁਸੀਂ ਆਪਣੀ ਅਮਰੀਕਨ ਡਰੈਸਸ ਪਾਉਂਦੇ ਹੋ ਈਵਨਿੰਗ ਵੇਅਰ ਪਾਉਂਦੇ ਹੋ ਉਹਦੇ ਤੇ ਤੁਹਾਡਾ ਜਜਮੈਂਟ ਹੁੰਦਾ ਹੈ ਫਿਰ ਤੁਹਾਡਾ ਆਉਂਦਾ ਇੰਡੀਅਨ ਵੇਅਰ ਜੇ ਤੁਸੀਂ ਆਪਣੇ ਲਹਿੰਗੇ ਪਾ ਲਏ ਸੂਟ ਪਾ ਲਏ ਜਾਂ whatever ਇੰਡੀਅਨ ਵੇਅਰ whatever you want to call it and then ਫਿਰ ਹੁੰਦਾ ਕੁਐਸਚਨ ਐਂਡ ਆਨਸਰ ਤੇ ਉਹਦੇ ਚ ਮਤਲਬ ਫਿਰ ਟੌਪ 5 ਕੁੜੀਆਂ ਚੁਣਦੇ ਨੇ ਤੇ ਉਹਨਾਂ ਨੂੰ ਮਤਲਬ ਤੁਸੀਂ ਕੁਐਸਚਨ ਆਨਸਰ ਪੁੱਛਦੇ ਹੋ ਤੇ ਬੇਸਿਕਲੀ ਦੈਟਸ ਜਸਟ ਅਬਾਊਟ ਇਟ ਲੇਕਿਨ ਓਵਰਆਲ ਜਦੋਂ ਤੁਸੀਂ ਦੇਖੋ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਸੋਹਣੇ ਕੱਪੜੇ ਤਾਂ ਮਤਲਬ ਸਾਰਿਆਂ ਕੋਲ ਹੁੰਦੇ ਨੇ ਤੇ ਕੁਝ ਕੁੜੀਆਂ ਸੀਗੀਆਂ ਪੈਜੈਂਟ ਜਿਨ੍ਹਾਂ ਕੋਲ ਬਹੁਤ ਸੋਹਣੇ ਸੋਹਣੇ ਡਰੈਸਸ ਸੀਗੇ ਬਹੁਤ ਅੱਛੀ ਅੱਛੀ ਜੁਐਲਰੀ ਵੀ ਸੀਗੀ ਲੇਕਿਨ ਜੱਜਸ ਦੇਖਦੇ ਕਿ ਮਤਲਬ ਤੁਸੀਂ ਆਪਣੇ ਆਪ ਨੂੰ ਕਿੱਦਾਂ ਵਾਕ ਕਰਦੇ ਜਾਂ ਹਾਊ ਯੂ ਕੈਰੀ ਇਟ ਬਿਕਾਜ਼ ਤੁਸੀਂ ਸੋਹਣਾ ਲਹਿੰਗਾ ਪਾ ਲਿਆ ਲੇਕਿਨ ਤੁਸੀਂ ਚੱਲ ਨਹੀਂ ਸਕਦੇ ਤੇ ਫਿਰ ਇਟ ਡਸ ਨਾਟ ਮੇਕ ਐਨੀ ਸੈਂਸ ਸੋ ਕਿਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਪੁੱਛੇ ਗਏ Oh, you really want me to say that? if you don't mind. ਉਹਨਾਂ ਨੇ ਮੈਨੂੰ ਪੁੱਛਿਆ ਸੀਗਾ ਕਿ ਤੁਹਾਡੀ ਮਦਰ ਨੇ ਤੁਹਾਨੂੰ ਇਦਾਂ ਦੀ ਕਿਹੜੀ ਵੈਲਿਊ ਦਿੱਤੀ ਹੈ ਜਿਹਨੂੰ ਤੁਸੀਂ ਸਭ ਤੋਂ ਜ਼ਿਆਦਾ ਮਤਲਬ ਚੈਰਿਸ਼ ਕਰਦੇ ਹੋ ਤੇ ਮੇਰਾ ਜਵਾਬ ਸੀਗਾ ਰਿਸਪੈਕਟ ਕਿਉਂਕਿ ਮੇਰੀ ਮਦਰ ਨੇ ਮੈਨੂੰ ਹਮੇਸ਼ਾ ਇਹ ਸਿਖਾਇਆ ਕਿ ਆਪਣੀ ਸੈਲਫ ਰਿਸਪੈਕਟ ਹਮੇਸ਼ਾ ਸਭ ਤੋਂ ਉੱਚੀ ਰੱਖਣੀ ਹੈ ਔਰ ਕਦੇ ਕਿਸੇ ਸਾਹਮਣੇ ਝੁਕਣਾ ਨਹੀਂ ਹੈ not if you have to so that was my answer nice ਵੈਰੀ ਨਾਈਸ ਸੋ ਇੱਕ ਹੋਰ ਮੈਨੂੰ ਧਿਆਨ ਆ ਰਿਹਾ ਅੱਜ ਕੱਲ੍ਹ ਜਿਸ ਤਰ੍ਹਾਂ ਤੁਸੀਂ ਵੀ ਕਿਹਾ ਕਿ ਬਹੁਤ ਛੋਟੇ ਹੁੰਦੇ ਤੁਸੀਂ ਟਿਆਰਾਸ ਐਂਡ ਪੇਜੈਂਟਸ ਦੇਖਦੇ ਸੀ ਵਾਟ ਇਜ਼ ਯੋਰ ਅੱਜ ਕੱਲ੍ਹ ਕਾਫੀ ਇਹਦੇ ਬਾਰੇ ਗੱਲ ਹੋ ਰਹੀ ਹੈ ਕਿਉਂਕਿ ਅਮਰੀਕਨ ਚੈਨਲਸ ਦੇ ਉੱਤੇ ਵੈਰੀ ਯੰਗ ਗਰਲਸ ਆਰ ਹੋ ਰਿਹਾ ਸੋ ਤੁਹਾਡਾ ਕੀ ਟੇਕ ਹੈ ਇਹਦੇ ਤੇ ਕਿੰਨਾ ਯੰਗ ਇਜ਼ ਟੂ ਯੰਗ ਮੈਨੂੰ ਲੱਗਦਾ ਕਿ ਬੱਚੇ ਛੋਟੇ ਜਿਹੜੇ ਮੈਂ ਸਾਰਿਆਂ ਨੂੰ ਵੀ ਆਈ ਵਾਂਟ ਟੂ ਸ਼ੇਅਰ ਕਿ ਮੈਂ ਕੀ ਪੁੱਛ ਰਹੀ ਹਾਂ ਬਿਕੋਜ਼ ਅਮਰੀਕਨ ਚੈਨਲਸ ਤੇ ਬੜੇ ਸਾਰੇ ਯੰਗਸਟਰਸ ਯੰਗ ਗਰਲਸ ਦੇ ਨਾ ਪੈਜੈਂਟਸ ਦਾ ਸ਼ੋਜ਼ ਆ ਰਹੇ ਹੈ ਐਂਡ ਦੇ ਇਨਕਰੇਜਿੰਗ ਸੋ ਉਹਦੇ ਵਿੱਚ ਬੜੀ ਵਾਰੀ ਦਿਖਾਇਆ ਕਿ ਮॉम्स ਦੀਆਂ ਐਸਪੀਰੇਸ਼ਨਸ ਹੁੰਦੀਆਂ ਦੇ put their girls to a very tough time so but the girls are very small so ਤੁਹਾਨੂੰ ਕੀ ਲੱਗਦਾ ਕਿੰਨੀ ਛੋਟੀ ਕੁੜੀ ਬਹੁਤ ਛੋਟੀ ਹੈ ਪੈਜੈਂਟਸ ਵਿੱਚ ਨਹੀਂ ਜਾਣੀ ਚਾਹੀਦੀ ਔਰ ਕਿਹੜੀ ਏਜ ਹੈ ਜਿਹੜੀ ਕਿ that's okay after that that's fine ਦੇਖੋ ਜਦੋਂ ਮੇਰਾ ਇਹ ਪੈਜੈਂਟ ਹੋਇਆ ਇਹਦੇ ਵਿੱਚ 3 ਕੈਟਾਗਰੀ ਸੀਗੀਆਂ ਇੱਕ ਤੇ ਮਿਸਿਸ ਸੀਗਾ ਇੱਕ ਮਿਸ ਸੀਗੀ ਤੇ ਟੀਨਸ ਵੀ ਸੀਗੀਆਂ ਤੇ ਟੀਨਸ ਜਿਹੜੀਆਂ ਬੱਚੀਆਂ ਸੀਗੀਆਂ ਦੇ ਵਰ ਲਾਈਕ ਐਜ਼ ਯੰਗ ਐਜ਼ 12 ਸਾਲ ਦੀ ਉਮਰ ਤੋਂ ਮਤਲਬ ਆਏ ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਜੇ ਮਤਲਬ ਤੁਹਾਡੇ ਪੇਰੈਂਟਸ ਤੁਹਾਡੇ ਨਾਲ ਰਾਈਟ ਗਾਈਡੈਂਸ ਨਾਲ ਚੱਲ ਰਹੇ ਹੈ ਐਂਡ ਜੇ ਮਤਲਬ ਪੈਜੈਂਟ ਇੱਦਾਂ ਦਾ ਹੈਗਾ ਵਿਚ ਇਜ਼ ਰਿਸਪੈਕਟੇਬਲ ਜਿਹ 'ਚ ਮਤਲਬ ਕੁਝ ਜ਼ਿਆਦਾ ਮਤਲਬ ਪੁਸ਼ ਨਹੀਂ ਕਰ ਸਕਦੇ ਆਪਣੇ ਬੱਚਿਆਂ ਨੂੰ ਕੁਝ ਓਵਰ ਦੀ ਐਜ ਜਾਣ ਲਈਏ ਤੇ ਫਿਰ ਇਟਸ ਓਕੇ ਕਿਉਂਕਿ ਆਈ ਥਿੰਕ ਜਦੋਂ ਤੁਸੀਂ ਛੋਟੇ ਹੁੰਦੇ ਹੋ ਕਾਫੀ ਤੁਹਾਡੇ ਪੇਰੈਂਟਸ ਦਾ ਸਾਥ ਹੋਣਾ ਬਹੁਤ ਜ਼ਰੂਰੀ ਹੈ ਜਦੋਂ ਟੀਨਸ ਆਈਆਂ ਸੀਗੀਆਂ ਇਸ ਪੈਜੈਂਟ ਦੇ ਵਿੱਚ ਹਰ ਇੱਕ ਟੀਨ ਦੇ ਨਾਲ ਮਤਲਬ ਉਹਨਾਂ ਦੇ ਪੇਰੈਂਟਸ ਸੀਗੇ ਰਾਈਟ
ਤੇ ਮਤਲਬ ਉਹ ਸਾਰਾ ਟਾਈਮ ਆਪਣੀ ਬੱਚਿਆਂ ਦੇ ਨਾਲ ਬੈਠੇ ਕਿ ਉਹਨਾਂ ਦੀ ਕੈਟ ਵਾਕ ਦੇਖੀ, ਉਹਨਾਂ ਦੇ ਗਾਊਨਸ, ਉਹਨਾਂ ਦੇ ਸਾਰਾ ਕੁਝ ਉਹਨੇ ਮੈਨੇਜ ਕੀਤਾ। ਤੇ ਫਿਰ ਆਈ ਥਿੰਕ ਕਿ ਜਦੋਂ ਤੁਹਾਡੇ ਪੇਰੈਂਟਸ ਨਾਲ ਹੁੰਦੇ ਹੈ ਤੇ ਉਹਨਾਂ ਨੂੰ ਲੱਗਦਾ ਹੈ ਕਿ ਮਤਲਬ ਇਹ ਲਿਮਿਟਸ ਵਿੱਚ ਸਾਰਾ ਕੁਝ ਠੀਕ ਠਾਕ ਹੋ ਰਿਹਾ, then there's nothing wrong with that. ਸੋ ਵੈਰੀ ਨਾਈਸ। ਬਟ ਇੱਥੇ ਜਿਹੜੀ ਮੈਂ ਅਮਰੀਕਨ ਮੇਨ ਮੀਡੀਆ ਦੀ ਗੱਲ ਕਰ ਰਹੀ ਹਾਂ, ਦੇ ਆਰ 8 year olds, 7 years old and 6 year olds on that. Right. So what about them? Do you recommend that? Very frankly speaking, I don't recommend that. And I'm going to be very honest about that one. Of course. Because I think 6 and 7 is too young. Because ਉਸ ਟਾਈਮ ਤੇ ਤੁਹਾਨੂੰ ਖੁਦ ਹੀ ਹੋਸ਼ ਨਹੀਂ ਹੁੰਦੀ ਤੇ ਜਦੋਂ ਤੁਸੀਂ ਮਤਲਬ 12-13 ਸਾਲ ਦੀ ਉਮਰ ਚ ਆਉਂਦੇ ਹੋ, that's when you hit your teen years, ਤਾਂ ਤਦੋਂ ਥੋੜੀ ਸਮਝ ਆਉਣ ਲੱਗ ਜਾਂਦੀ ਹੈ ਤੇ ਫਿਰ ਕਾਫੀ ਤੁਸੀਂ ਆਪਣੇ ਬਾਰੇ ਅਵੇਅਰ ਵੀ ਹੁੰਦੇ ਹੋ ਤੇ ਐਟਲੀਸਟ ਮਤਲਬ ਇੱਕ ਉਮਰ ਹੋਣੀ ਚਾਹੀਦੀ ਕਿ ਬੱਚਾ ਥੋੜੀ ਆਪਣੇ ਬਾਰੇ ਅਵੇਅਰ ਹੋਵੇ ਤੇ ਉਹਨਾਂ ਨੂੰ ਪਤਾ ਹੋਵੇ ਕਿ what they're trying to get themselves into. I mean, of course, pageant life ਇੱਕ ਇਦਾਂ ਦੀ ਲਾਈਫ ਹੈ ਕਿ ਸਾਰੇ ਬਹੁਤ ਜਲਦੀ ਅਟਰੈਕਟ ਹੋ ਜਾਂਦੇ ਨੇ ਕਿ ਲਾਈਟਸ, ਕੈਮਰਾ, ਐਕਸ਼ਨ, ਬਿਊਟੀਫੁਲ ਜੁਐਲਰੀ, ਬਿਊਟੀਫੁਲ, ਬਟ I can tell you ਕਿ it's not just all about that, ਕਿਉਂਕਿ ਕਾਫੀ ਇੰਟੈਂਸ ਰਿਹਰਸਲ ਪ੍ਰੋਸੈਸਸ ਹੁੰਦੇ ਨੇ ਤੇ ਕਿਡਸ ਮਤਲਬ ਜੇ 6-7 ਸਾਲ ਦੀ ਉਮਰ ਦੇ ਉਹਨਾਂ ਨੂੰ they don't need it, not at that age. Okay. Yeah. Okay. So kids ਨੂੰ ਬਹੁਤ ਛੋਟੇ ਨਹੀਂ, but 12 and above you are fine with it. Tell me more. ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ glamour and everything what we see, it's not all that. There's more to it. Yes. What is it? There's brains to it. It takes brains to be beautiful. I'll tell you that much. That's good to say because mostly ਬਹੁਤ ਜ਼ਿਆਦਾ ਜਿਹੜੇ ਇੱਕ ਉਹ ਵੀ ਚੱਲਣ ਵਾਲੇ ਇੱਕ ਸੈਕਟ ਕਹਿ ਲਾਂਗੇ, ਇੱਕ ਸੈਕਸ਼ਨ ਕਹਿ ਲਾਂਗੇ ਸੋਸਾਇਟੀ ਦਾ ਜਿਹੜਾ ਸੋਚਦਾ ਹੈ ਕਿ ਹਾਂ ਜੇ ਪ੍ਰਿਟੀ ਹੈ ਨਾ ਕੁੜੀ ਤੇ ਇਹਦਾ ਮਤਲਬ ਜਾਂ ਤੇ ਦਿਮਾਗ ਨਹੀਂ ਹੈ ਜਾਂ ਫਿਰ ਬਹੁਤ ਸਮਝਦੀ ਹੋਏਗੀ ਆਪਣੇ ਆਪ ਨੂੰ। ਸੋ ਉਂਝ ਦਾ ਕੁਝ ਐਕਸਪੀਰੀਅੰਸ ਹੋਇਆ? ਡਿਡ ਯੂ ਫਾਈਟ ਦੈਟ? ਡਿਡ ਯੂ ਐਕਸਪੀਰੀਅੰਸ ਦੋਜ਼ ਪੀਪਲ? ਇਸ ਤਰ੍ਹਾਂ ਦਾ ਇੱਕ ਸਟੀਰੀਓਟਾਈਪ ਬਣ ਜਾਂਦਾ ਹੈ ਇੱਕ ਬਿਊਟੀ ਪੈਜੈਂਟ ਵਿਨਰ ਲਈ ਕਿ ਮਤਲਬ ਹਾਊ ਡੂ ਡੀਲ ਵਿਦ ਦੈਟ? ਮੈਂ ਤੇ ਇਹੀ ਮੈਸੇਜ ਦੇ ਸਕਦੀ ਹਾਂ ਸਾਰਿਆਂ ਨੂੰ ਕਿ ਆਈ ਕੈਨ ਸੇ ਦਿਸ ਕਿ ਜਦੋਂ ਮੈਂ ਪੈਜੈਂਟ ਲਈ ਗਈ ਇਸ ਸਾਲ ਰਾਈਟ, ਕਾਫੀ ਸਾਰੀ ਕੁੜੀਆਂ ਮਤਲਬ ਦੇ ਆਰ ਆਲ ਹਾਈਲੀ ਐਜੂਕੇਟਿਡ, ਮਤਲਬ ਕੁਝ ਡਾਕਟਰ ਸੀਗੀਆਂ, ਕੁਝ ਇੰਜੀਨੀਅਰ ਸੀਗੀਆਂ, ਮਤਲਬ ਮਦਰਸ ਵੀ ਸੀਗੀਆਂ ਤੇ ਮਤਲਬ ਉਹ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਦੋਨੋਂ ਮਤਲਬ ਬੈਲੈਂਸ ਕਰ ਰਹੀਆਂ ਸੀਗੀਆਂ ਠੀਕ ਤਰੀਕੇ ਨਾਲ। ਐਜ਼ ਅ ਮੈਟਰ ਆਫ ਫੈਕਟ ਜਿਹੜੀ ਪਿਛਲੇ ਸਾਲ ਦੀ ਮਿਸਿਸ ਇੰਡੀਆ USA ਬਣੀ ਸੀਗੀ ਬਹੁਤ ਗ੍ਰੇਸਫੁਲ ਸੀ ਕੁੜੀ ਐਂਡ ਸ਼ੀ ਵਾਜ਼ ਸਾਇੰਟਿਸਟ। ਆਈ ਵੁੱਡ ਨਾਟ ਸੇ ਕਿ ਮਤਲਬ ਸਭ ਤੋਂ ਜ਼ਿਆਦਾ ਸੋਹਣੇ ਸੀਗੇ ਉਹ, ਸ਼ੀ ਵਾਜ਼ ਵੈਰੀ ਬਿਊਟੀਫੁਲ ਨੋ ਡਾਊਟ, ਲੇਕਿਨ ਉਹਨਾਂ ਤੋਂ ਵੀ ਜ਼ਿਆਦਾ ਮਤਲਬ ਕਾਫੀ ਸੁੰਦਰ ਲੜਕੀਆਂ ਸੀਗੀਆਂ, ਲੇਕਿਨ ਉਹਨਾਂ ਕੋ ਮਤਲਬ ਇੱਕ ਇੱਦਾਂ ਦੀ ਗ੍ਰੇਸ ਸੀਗੀ ਐਂਡ ਸ਼ੀ ਵਾਜ਼ ਵੈਰੀ ਇੰਟੈਲੀਜੈਂਟ ਦ ਵੇ ਸ਼ੀ ਕੈਰੀਡ ਹਰਸੈਲਫ। ਤੇ ਮਤਲਬ ਜਿਹੜਾ ਇੱਕ ਪੈਜੈਂਟ ਹੁੰਦਾ ਨਾ ਉਹਦੇ 'ਚ ਮਤਲਬ ਸਿਰਫ ਬਿਊਟੀ ਨਹੀਂ ਦੇਖੀ ਜਾਂਦੀ, ਐਟਲੀਸਟ ਨਾਟ ਟੂਡੇ। ਤੁਸੀਂ ਕਿਸ ਤਰ੍ਹਾਂ ਬੋਲਦੇ ਹੋ, ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਮਤਲਬ ਕੰਡਕਟ ਕਰਦੇ ਹੋ, ਮਤਲਬ ਕਿੰਨੇ ਇੰਟੈਲੀਜੈਂਟ ਉਹ ਕਾਫੀ ਮੈਟਰ ਕਰਦਾ ਹੈ। ਬਿਕੋਜ਼ ਇਸ ਪੈਜੈਂਟ ਤੇ ਜਦੋਂ ਟੌਪ 5 ਚ ਮੈਂ ਚੁਣੀ ਗਈ ਸੀਗੀ 500 ਲੋਕਾਂ ਦੇ ਅੱਗੇ ਆਨਸਰ ਦੇਣਾ, ਆਈ ਮੀਨ ਇਟ ਕੈਨ ਬੀ ਵੈਰੀ ਨਰਵ ਰੈਕਿੰਗ। ਉਸ ਵੇਲੇ ਤੁਸੀਂ ਆਪਣੇ ਆਪ ਨੂੰ ਨਹੀਂ ਸੰਭਾਲ ਸਕਦੇ ਦੈਨ ਯੂ ਕੈਨ ਮੇਕ অর ਬ੍ਰੇਕ ਇਟ। ਨਹੀਂ ਤੁਸੀਂ ਇਹ ਵੀ ਅਸੀਂ ਬ੍ਰੇਕ 'ਚ ਵੀ ਗੱਲ ਕਰ ਰਹੇ ਸੀ ਕਿ ਜਿਹੜਾ ਪ੍ਰੋਸੈਸ ਹੈ ਉਹ ਬੜਾ it asks a lot from you. So emotional balance also, ਜਿਵੇਂ ਤੁਸੀਂ ਕਹਿ ਰਹੇ ਹੋ physically you were not well, even then you said no, I got to do this. So emotional quotient ਜਿਹਨੂੰ ਅਸੀਂ ਕਹਿੰਦੇ ਹਾਂ ਅੱਜ ਕੱਲ੍ਹ ਉਹ ਵੀ ਬੜਾ ਹਾਈ ਹੋਣਾ ਚਾਹੀਦਾ ਹੈ। ਯੈਸ ਮਤਲਬ ਗੱਲ ਉੱਥੇ ਆ ਜਾਂਦੀ ਹੈ ਕਿ ਮਤਲਬ ਤੁਹਾਨੂੰ ਕਾਫੀ ਸਟਰੋਂਗ ਰਹਿਣਾ ਪੈਂਦਾ ਹੈ ਬਿਕੋਜ਼ ਕਾਫੀ ਮਤਲਬ ਮੁਸ਼ਕਿਲਾਂ ਕਰਕੇ ਫੇਸ ਮਤਲਬ ਪੈਜੈਂਟ ਜਿੱਤਿਆ ਕਿਉਂਕਿ ਮੇਰੀ ਹੈਲਥ ਠੀਕ ਨਹੀਂ ਸੀਗੀ ਤੇ ਮੇਰਾ ਸੈਸ਼ ਨਹੀਂ ਸੀਗਾ ਤੇ which was a funny part. But you had a husband who said it doesn't matter, it doesn't matter. Actually he inspired me, so of course family support ਬਹੁਤ ਆਉਂਦੀ ਹੈ ਤੇ ਫਿਰ ਮੈਂ ਸਟੇਜ ਤੇ ਚੱਲੀ ਤੇ ਮੈਂ ਬਸ ਚੱਲਦੀ ਰਹੀ, ਮੈਂ ਕਿਹਾ ਠੀਕ ਹੈ ਸੈਸ਼ ਹੈ ਤੇ ਕੋਈ ਗੱਲ ਨਹੀਂ ਹੈ, ਐਗਜ਼ੈਕਟਲੀ ਪੰਜਾਬੀ ਹੈ ਜਿੱਤ ਕੇ ਰਹਿਣਾ ਹੈ। Absolutely. So let me take a short break on this note and you don't go anywhere. सारा फिर स्वागत है and welcome to our studios, to our living room. Neha, nice to have you here. As we were talking, tell me more about what do you think कि एक सोनी कुड़ी दी responsibility आज दे युग विच की है?
I think ਅੱਜ ਦੇ ਯੁੱਗ ਵਿੱਚ ਸੋਹਣੀ ਕੁੜੀ with brains. Yes. ਸੋਹਣੀ ਕੁੜੀ with Let me correct myself. well that ਫਿਰ ਉਹ ਹੋਰ ਮੁਸ਼ਕਿਲ ਹੋ ਜਾਂਦੀ ਹੈ ਬਿਕੋਜ਼ ਤੁਹਾਨੂੰ ਘਰ ਵੀ ਸੰਭਾਲਣਾ ਪੈਂਦਾ ਤੁਹਾਨੂੰ ਆਪਣਾ ਕੰਮ ਵੀ ਸੰਭਾਲਣਾ Balance. ਪੈਂਦਾ ਹੈ So, ਤੇ ਬੈਲੈਂਸ ਮਤਲਬ ਮੈਂ ਕਹਿ ਸਕਦੀ ਹਾਂ ਕਿ ਮਤਲਬ ਅੱਜ ਦੇ ਟਾਈਮ ਤੇ ਕਿਉਂਕਿ ਲੇਡੀਜ਼ ਦੇ ਇੰਨੀ ਮਤਲਬ ਜੌਬ ਓਪਰਚੁਨਿਟੀਜ਼ ਹੈਗੀਆਂ ਸਪੈਸ਼ਲੀ ਨਿਊਯਾਰਕ ਕਰਕੇ ਸ਼ਹਿਰ ਦੇ ਵਿੱਚ ਰਹਿਣ ਨਾਲ Yeah. ਮੈਂ ਕਹਿ ਸਕਦੀ ਹਾਂ ਕਿ ਮਤਲਬ ਮੈਂ ਪੂਰੀ ਤਰੀਕੇ ਨਾਲ ਬੈਲੈਂਸ ਕੀਤਾ ਹੋਇਆ ਆਪਣੀ ਪਰਸਨਲ ਲਾਈਫ Right. ਤੇ ਆਪਣੀ ਪ੍ਰੋਫੈਸ਼ਨਲ ਲਾਈਫ ਨੂੰ ਪ੍ਰੋਫੈਸ਼ਨਲੀ ਮੈਂ ਬਿਜ਼ਨਸ ਐਨਲਿਸਟ ਦਾ ਕੰਮ ਕਰਦੀ ਹਾਂ ਤੇ ਪਰਸਨਲੀ ਮਤਲਬ ਮੈਂ ਕਾਫੀ ਸਾਰੇ ਜਿੱਦਾਂ ਇਹ ਪੈਜੈਂਟਸ ਦੀ ਐਕਟੀਵਿਟੀਜ਼ ਹੋ ਗਈ ਫੈਸ਼ਨ ਸ਼ੋਜ਼ ਹੋ ਗਏ ਮਾਡਲਿੰਗ ਕਰ ਲਈਏ ਤੇ ਫਿਰ ਇਟਸ ਅ ਵੈਰੀ ਗੁੱਡ ਬੈਲੈਂਸ ਐਂਡ ਆਈ ਥਿੰਕ ਅੱਜ ਦੇ ਟਾਈਮ ਤੇ ਇੰਨੀਆਂ ਜ਼ਿਆਦਾ ਮਤਲਬ ਓਪਰਚੁਨਿਟੀਜ਼ ਹੈਗੀਆਂ ਲੇਡੀਜ਼ ਲਈ ਜੇ ਤੁਸੀਂ ਠੀਕ ਤਰ੍ਹਾਂ ਬੈਲੈਂਸ ਕਰ ਸਕਦੇ ਹੋ ਦੈਨ ਨਥਿੰਗ ਲਾਈਕ ਇਟ Nice. So where do you see yourself in another year? क्योंकि हुन फिर तुसी you know अपना crown 2016 you know Miss India ਨੂੰ ਦਿਓਗੇ ਤੇ ਉਸ ਤੋਂ ਬਾਅਦ ਤੁਹਾਨੂੰ ਤੁਸੀਂ ਆਪਣੇ ਆਪ ਨੂੰ ਕਿੱਥੇ ਦੇਖਦੇ ਹੋ? Personally, I you know मैं हमेशा ये चाहती सी कि मतलब मैं प्रोफेशनली काफ़ी ग्रो करा बिकॉज मेरे अंदर काफ़ी मतलब ड्राइव हैगी है प्रोफेशनली लाइफ च अगे जान लिए ते फिर एज आई एम वर्किंग एज अ बिजनेस एनालिस्ट मे बी यू नो गो ऑन सम एग्जीक्यूटिव पोजीशन इन द फ्यूचर ते पर्सनली आई वांट टू बी एबल टू बैलेंस माई पर्सनल लाइफ and hopefully start a family not soon but in the near future and maybe inspire my kids to do pageants if I have girls. Let's see the viewers calling ਤੇ ਇਹਨਾਂ ਨੂੰ ਪੁੱਛਦੇ ਹਾਂ ਕੀ ਕਹਿਣਾ ਚਾਹ ਰਹੇ ਨੇ ਤੁਹਾਡੇ ਨਾਲ. ਹੈਲੋ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ? ਹਾਂਜੀ ਤੁਹਾਨੂੰ ਵੀ ਨੇਹਾ ਨੂੰ ਵੀ ਮੈਂ ਰਾਜ ਬੋਲਦੀ ਹਾਂ ਕੈਲੀਫੋਰਨੀਆ ਤੋਂ जी सत श्री अकाल. ਹਾਂਜੀ ਰਾਜ ਜੀ ਦੱਸੋ ਕੀ ਕਹਿੰਦੇ ਹੋ? ਨੇਹਾ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਬਹੁਤ ਹੀ ਜ਼ਿਆਦਾ ਸੋਹਣੇ ਨੇ ਮੇਰੇ ਤੋਂ ਤਾਂ ਉੱਠ ਵੀ ਨਹੀਂ ਹੋ ਰਿਹਾ Thank you. ਇੰਨੇ ਸਵੀਟ ਨੇ ਸਾਨੂੰ ਇਹ ਦੱਸੋ ਕਿ ਅੱਜ ਕੱਲ ਇਹ ਕੀ ਕਰਦੇ ਨੇ ਇਹਨਾਂ ਦੇ ਹਸਬੰਡ ਕੀ ਕਰਦੇ ਨੇ ਕੀ ਉਹ ਨਾਲ ਆਏ ਨੇ ਕਿ ਅਸੀਂ ਉਹਨਾਂ ਨੂੰ ਵੀ ਵੇਖ ਸਕਦੇ ਇੰਨੀ ਸੋਹਣੀ ਚੀਜ਼ ਦੇ ਕੌਣ ਹੱਕਦਾਰ ਨੇ ਉਹ ਇਹਦੇ ਸੁਣ ਕੇ ਬੜਾ ਖੁਸ਼ ਹੋ ਜਾਂਦੇ ਲੇਕਿਨ ਨਹੀਂ ਐਕਚੁਅਲੀ ਉਹ ਨਾਲ ਮੇਰੇ ਨਹੀਂ ਆਏ ਨੇ ਤੇ ਮੇਰੇ ਵਿਆਹ ਨੂੰ ਐਕਚੁਅਲੀ 2 ਸਾਲ ਹੋ ਗਿਆ ਐਕਚੁਅਲੀ ਕਮਿੰਗ ਨੈਕਸਟ ਫੈਬਰੀ ਚ ਮੈਨੂੰ 2 ਸਾਲ ਹੋ ਜਾਣਗੇ ਦਿਸ ਨੈਕਸਟ ਮੰਥ ਐਕਚੁਅਲੀ ਤੇ ਰੀਲੀ ਮਤਲਬ ਮੈਂ ਆਪਣੇ ਹਸਬੰਡ ਦਾ ਬਹੁਤ ਥੈਂਕ ਯੂ ਕਰਦੀ ਹਾਂ ਜਿਹੜਾ ਮੇਰੇ ਤੇ ਇੰਨਾ ਮਤਲਬ ਤੁਹਾਡੀ ਹਾਈਟ ਕਿੰਨੀ ਹੈ 5'9". ਵੈਰੀ ਗੁੱਡ ਉਹ ਵੀ ਇੰਨੀ ਜਵਾਨ ਨੇ ਸਰਦਾਰ ਸਾਹਿਬ ਹਾਂਜੀ ਆਈ ਕਾਸ਼ ਮੈਨੂੰ ਲੈ ਆਂਦੀ ਸ਼ੋਅ ਤੇ ਕੈਪਸ਼ਨ ਫੋਟੋ ਦਿਖਾ ਦਿਓ ਥੋੜਾ ਜਿਹਾ ਤੁਸੀਂ ਵੀ ਵਿਨ ਕਰਨਾ ਹੀ ਸੀ ਕਹਿੰਦੇ ਨੇ ਪਤੀ ਨੂੰ ਪਰਮਾਤਮਾ ਜਾਣੋ ਤੁਹਾਡੇ ਪਤੀ ਦੀ ਸਪੋਰਟ ਸੀ ਤੁਹਾਨੂੰ ਇੱਕ ਕਿਸਮ ਦੇ ਪਰਮਾਤਮਾ ਵਾਂਗੂ ਸਪੋਰਟ ਸੀਗੀ ਤੇ ਤੁਸੀਂ ਕਿੱਥੋਂ ਹਾਰਨ ਵਾਲੇ ਸੀ ਤੁਹਾਨੂੰ ਪਰਮਾਤਮਾ ਨੇ ਇੰਨਾ ਸੋਹਣਾ ਵਿਹਲੇ ਬੈਠ ਕੇ ਬਣਾਇਆ ਇੰਨਾ ਵਧੀਆ ਤੁਹਾਡਾ ਬੋਲ ਚਾਲ ਦਾ ਤੁਹਾਡਾ ਇੰਨਾ ਸੋਹਣਾ ਵੇ ਆਫ ਟਾਕਿੰਗ ਔਰ ਸਮਾਈਲ ਐਵਰੀਥਿੰਗ ਇਜ਼ ਬਹੁਤ ਚੰਗਾ ਲੱਗ ਰਿਹਾ ਕਿ ਤੁਸੀਂ ਮਤਲਬ ਇਹਨਾਂ ਮਤਲਬ ਯੂ نو ਅਪਰੀਸ਼ੀਏਟ ਕਰ ਰਹੇ ਹੋ ਬਹੁਤ ਵਧੀਆ ਲੱਗਦੇ ਹੋ ਮੇਰਾ ਤਾਂ ਦਿਲ ਨਹੀਂ ਕਰਦਾ ਮੈਂ ਰਿਕਾਰਡ ਕਰਕੇ ਹਟੀਆਂ ਹੁਣ ਮੈਂ ਹਰ ਰੋਜ਼ ਤੁਹਾਨੂੰ ਵੇਖਿਆ ਕਰਾਂਗੀ Oh no, thank you really मैं Thank you so much Raj ji. Let's see ਹੋਰ ਕੌਣ ਇਹਨਾਂ ਨਾਲ ਗੱਲ ਕਰਨਾ ਚਾਹ ਰਿਹਾ. ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੱਸੀ ਜੀ. ਪਹਿਲਾਂ ਤਾਂ ਨੇਹਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੱਸੀ ਜੀ ਹਾਂਜੀ ਤੇ ਕੰਗ੍ਰੈਚੁਲੇਸ਼ਨਸ yes ਤੇ ਬਹੁਤ ਅੱਛਾ ਲੱਗ ਰਿਹਾ ਤੁਹਾਨੂੰ ਦੇਖ ਕੇ thank you ਤੇ ਥੈਂਕ ਯੂ ਜਸਟ ਪੰਜਾਬੀ ਕਿ ਤੁਸੀਂ ਕੋਈ ਵੀ ਓਪਰਚੁਨਿਟੀ ਹੋਵੇ ਤੇ ਸਾਨੂੰ ਸਾਰਿਆਂ ਨੂੰ ਸ਼ੋਅ ਕਰਦੇ ਨਹੀਂ ਤਾਂ ਅਸੀਂ ਤਾਂ ਇਹਨਾਂ ਚੀਜ਼ਾਂ ਤੋਂ ਵਾਂਝੇ ਹੀ ਰਹਿ ਜਾਈਏ ਤੇ ਬਲੀਵ ਕਰਿਓ ਮੈਂ ਨਾ ਸੱਚੀ ਇਹਨਾਂ ਨੂੰ ਦੇਖਦੀ ਹੀ ਰਹੀ ਜਾਂਦੀ ਆ ਤੇ ਦਿਲ ਕਰੀ ਜਾਂਦਾ ਵੀ ਕਿ ਸ਼ੋਅ ਸੁਣੀ ਜਾਵਾਂ ਕਾਲ ਨਾ ਕਰਾਂ ਰੀਅਲੀ ਸੱਚੀ ਮੈਂ ਇਹਨਾਂ ਨੂੰ ਦੇਖ ਕੇ ਇੱਕ ਗੱਲ ਇਹਨਾਂ ਨੇ ਹੁਣੇ ਕਹੀ ਨਾ ਕਿ ਵੀ ਮੈਂ ਸੋਚਦੀ ਸੀ ਕਿ ਵੀ ਮੈਂ ਕਰਨਾ ਹੀ ਆ Neha do it ਤੇ ਇਹੀ ਮੈਂ ਕਹਿੰਦੀ ਹੁੰਦੀ ਆ ਕਿ always like is nothing is impossible everything possible I will do it ਤੇ I can say like congratulations to your all parents and in-laws family and your husband also so that's why you are with us and front of us and in this chair ਤੇ ਮੈਂ ਇਹਨਾਂ ਦਾ ਬਹੁਤ ਜ਼ਿਆਦਾ ਮਾਣ ਕਰਦੀ ਆ ਕਿ ਇਹਨਾਂ ਨੇ ਸਾਰਾ ਸਿਹਰਾ ਦੂਸਰਿਆਂ ਨੂੰ ਦੇ ਦਿੱਤਾ ਕਿ ਮਿਹਨਤ ਆਪ ਬਹੁਤ ਕੀਤੀ ਆ ਤੇ ਪਰ ਇਹ ਆ ਕਿ ਦੂਸਰਿਆਂ ਦੀ ਸਪੋਰਟ ਤੋਂ ਬਿਨਾਂ ਅਸੀਂ ਕੁਝ ਕਰ ਵੀ ਨਹੀਂ ਸਕਦੇ ਹੈਗੇ ਬਿਲਕੁਲ ਵੀ ਹਾਂਜੀ ਮਾਂ-ਬਾਪ ਦਾ ਸਾਥ ਨਾ ਹੋਵੇ ਹਸਬੰਡ ਦਾ ਸਾਥ ਨਾ ਹੋਵੇ ਤੇ ਹਾਂਜੀ ਬਿਲਕੁਲ ਇਸੇ ਤਰ੍ਹਾਂ ਹੀ ਮੇਰੇ ਹਸਬੰਡ ਹੈਗੇ ਆ ਹਾਂਜੀ ਤੇ ਮੈਂ ਬਿਲਕੁਲ ਜਦੋਂ ਜਿਸ ਤਰ੍ਹਾਂ ਹੁਣ ਮੈਂ ਦੀਦੀ ਤੁਹਾਨੂੰ ਦੱਸਿਆ ਸੀਗਾ ਕਿ ਮੈਂ ਜਾਣਾ ਆ ਤੇ ਜੇ ਮੈਂ ਆਪਣੇ ਆਪ ਟਿਕਟ ਵੀ ਬੁੱਕ ਕਰਾ ਲਵਾਂ ਉਹਨਾਂ ਨੇ ਮੈਨੂੰ ਕਦੀ ਨਹੀਂ ਕਿਹਾ ਹਾਂਜੀ ਕਹਿਣਗੇ ਜਾਇਆ ਤੇ ਤੁਸੀਂ ਆ ਜਾਓ ਫਿਰ ਨੈਕਸਟ ਈਅਰ ਮਿਸਿਸ ਮੈਂ ਗੱਡੀ ਦਾ ਆਇਲ ਚੇਂਜ ਕਰਾਉਣ ਗਈ ਤੇ ਬਿਲਕੁਲ ਨਵੀਂ ਗੱਡੀ ਸੀਗੀ ਤੇ ਮੈਂ ਕਿਹਾ ਮੈਨੂੰ ਆ ਗੱਡੀ ਪਸੰਦ ਆ ਕਹਿੰਦੇ ਲੈ ਆ
ਰੀਅਲੀ ਸੱਚੀ ਮੈਂ ਕਹਿੰਦੀ ਹਸਬੈਂਡ ਦਾ ਸਾਥ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਜੇ ਫੈਮਿਲੀ ਇਸ ਤਰ੍ਹਾਂ ਦੀ ਹੋਵੇ ਤੇ ਬਹੁਤ ਅੱਛਾ ਤੇ ਗੁੱਡ ਲੱਕ ਫॉर योर family and everything. Thank is you. like I'm really very happy to see you. Thank you. So God bless you for next time also. Thank you. You're welcome. Thank you. Thank you so much Jesse ji. Thank you so much. So you know ਉਹਨਾਂ ਨੇ ਵੀ reinforce ਕੀਤਾ ਤੁਹਾਡਾ ਮੈਸੇਜ ਕਿ Yes. believe in yourself. Yes. Let us take a short break, come back, do not go anywhere. Talk about my fashion line. Yeah. ਸਭ ਤੋਂ ਪਹਿਲੇ ਜੋ ਅਸੀਂ ਇਹਨਾਂ ਨਾਲ ਗੱਲ ਬ੍ਰੇਕ ਤੇ ਜੋ ਗੱਲ ਹੋ ਰਹੀ ਸੀ ਉਹ ਇਹ ਸੀ ਕਿ ਇਹ ਅੱਗੋਂ ਕੀ ਕਰਨਾ ਚਾਹੁੰਦੇ ਨੇ। ਸੋ ਨੇਹਾ ਜੀ ਲੈਟਸ ਆਲ ਹੇਅਰ ਕਿ ਤੁਸੀਂ ਅੱਗੋਂ ਕੀ ਪਲਾਨ ਕਰ ਰਹੇ ਹੋ ਆਪਣੇ ਵਾਸਤੇ। मैं एक्चुअली ये कहना चाहनी कि मैं अपनी खुद की फैशन लाइन लॉन्च कर रही हूँ Great. जिसका नाम है सोनी गैल कटोर तो तुसी फेसबुक ते पेज दे सकते हो तो मतलब वो जो प्रोडक्ट्स आएंगे वो नेक्स्ट मंथ फैबरी विच लॉन्च हो रहे हैं अच्छा। तो सोनी गैल कटोर बेसिकली मैंने शुरू तो फैशन का शौक से क्योंकि काफ़ी मॉडलिंग की सी तो क्योंकि 2007 जो मैं बनी सी मिस इंडिया न्यूयॉर्क उदों तो मेरा सफ़र शुरू हो गया सीगा तो जब मैं मॉडलिंग की काफ़ी तो फिर काफ़ी मैं देखा डिजाइनर्स नाल काम किया तो फैशन का काफ़ी नॉलेज आ गया Right. कि किस तरह के कलर्स ठीक लगते किस एज ग्रुप के उत्ते अच्छे लगते किस तरह के डिजाइनस मतलब मैंने पसंद ने तो फिर मैं सोचा कि यू नो व्हाट आई वांट टू आल्सो लॉन्च माई ओन फैशन लाइन तो स्पैशलिटी इस सोनी गैल कटोर की ये हैगी है कि मतलब इट्स फॉर ऑल एज ग्रुप एंड सारे जो डिजाइनस है ने दे हैंड पिक्ड बाय मी तो एक डिजाइन हर एक डिजाइन काफ़ी डिफरेंट है एक दूजे नालों तो ये साड़ीज़ भी ने ये सूट्स भी ने ये लहंगे भी ने तो ये सारे मतलब एज ग्रुप में कैटर करता है Very So, nice, yeah. very nice. So when are you launching this? Well, I'm going to be launching it next month. Yeah, February. Yeah. Congratulations. Thank you. ਸਾਡੇ ਸਾਰੇ ਪਰਿਵਾਰ ਦੀਆਂ ਵਿਸ਼ੇਸ ਤੁਹਾਡੇ ਨਾਲ ਹੈ ਕਿ Thank ਯੂ you. نو ਯੂ ਡੂ ਗੁੱਡ ਇਨ ਦੈਟ। Yeah. ਸਾਨੂੰ ਜ਼ਰੂਰ ਇਨਵਾਈਟ ਕਰਿਓ ਲੈਟਸ ਸੀ। Yes, yes. ਬੜੇ ਵਿਊਅਰਸ ਤੁਹਾਡੇ ਨਾਲ ਗੱਲ ਕਰਨਾ ਚਾਹ ਰਹੇ ਹਨ ਸੋ ਲੈਟਸ ਸੀ ਇਹ ਕੀ ਕਹਿਣਾ ਚਾਹੁੰਦੇ ਹਨ। ਹੈਲੋ ਸਤਿ ਸ਼੍ਰੀ ਸਤਿ ਸ਼੍ਰੀ ਅਕਾਲ। ਅਕਾਲ। ਸਤਿ ਸ਼੍ਰੀ ਅਕਾਲ ਜੀ ਹੈਲੋ। ਇਹਨਾਂ ਦਾ ਫੋਨ ਵੱਲ ਸ਼ਾਇਦ ਧਿਆਨ ਨਹੀਂ ਅਸੀਂ ਇਹਨਾਂ ਨੂੰ ਹੋਲਡ ਕਰਦੇ ਹਾਂ ਐਨੀ ਦੇਰ ਚ ਅਸੀਂ ਹੋਰ ਜਿਹੜੀ ਸਮਾਂ ਵੀ ਨਿਕਲ ਰਿਹਾ ਹੈ ਸੋ ਦੱਸੋ ਕੀ ਕਹੋਗੇ ਜਿਵੇਂ ਮਿਸਿਸ ਹੋ ਕੇ ਮਿੱਕੀ ਜੀ ਨੇ ਵੀ ਕਿਹਾ ਮੈਂ ਉਹਦੇ ਤੋਂ ਅੱਗੇ ਗੱਲ ਕਰਦੀ ਹਾਂ ਕਿ ਵਾਕਈ ਸਾਡੇ ਕਲਚਰ 'ਚ ਇੱਕ ਮਿਸਿਸ ਹੋਣ ਤੋਂ ਬਾਅਦ ਇੱਕ ਸੈੱਟ ਰੋਲ ਅਸੀਂ ਆਪਣੇ ਵਾਸਤੇ ਚੁਣ ਲੈਂਦੇ ਹਾਂ ਔਰ ਸ਼ਾਇਦ ਸੁਸਾਇਟੀ ਵੀ ਸਮਝਦੀ ਹੈ ਵੀ ਹੁਣ ਇਹਦਾ ਇਹ ਰੋਲ ਹੈ ਹਾਂਜੀ ਉਸ ਤੋਂ ਹਟ ਕੇ ਕੁਝ ਕਰਨਾ what do you think about that and you know of course you are doing so ਬਾਕੀਆਂ ਨੂੰ ਕੀ ਕਹੋਗੇ ਵੀ ਕੀ एफर्ट करनी पेगी वो करने मैं बाकियों ਨੂੰ सिर्फ and how rewarding is that मैं बाकियों ਨੂੰ सिर्फ यही ਕਹਾਂਗੀ ਕਿ मतलब मैरिज ਨੂੰ कभी भी you know अपना अंत ना बनाओ अपने you know विशेस ਤੇ ਜਾਂ ਤੁਹਾਡੇ ਜੇ ਕੋਈ ਡ੍ਰੀਮਸ ਹੈਗੇ ਨੇ don't ever think it's the end to everything marriage actually ਹਮੇਸ਼ਾ ਇੱਕ ਨਵੀਂ ਬਿਗਿਨਿੰਗ ਹੁੰਦੀ ਹੈ at least ਮੇਰੇ ਲਈ ਰਹੀ ਹੈ मतलब मेरे हस्बैंड ਤੇ ਕਾਫੀ ਸਪੋਰਟਿੰਗ ਸੀਗੇ मतलब ਮੇਰੇ ਇਨ-ਲॉज ਵੀ ਕਾਫੀ ਸਪੋਰਟਿੰਗ ਸੀਗੇ ਲੇਕਿਨ ਜਿੱਦਾਂ ਅਸੀਂ ਗੱਲਬਾਤ ਕੀਤੀ ਕਿ ਚਲੋ ਸਾਰਿਆਂ ਦੇ ਇਦਾਂ ਨਹੀਂ ਹੁੰਦੇ ਕੋਈ ਪੈਜਨ ਵਿੱਚ ਨਹੀਂ ਜਾਣਾ ਚਾਹੁੰਦਾ ਪੈਜਨ ਹੀ ਸਾਰਾ ਕੁਝ ਨਹੀਂ ਹੁੰਦਾ ਕੋਈ मतलब ਹੋਰ ਵੀ ਕਰਨਾ ਚਾਹੁੰਦਾ ਆਪਣੀ ਲਾਈਫ ਦੇ ਵਿੱਚ ਅੱਗੇ ਤੇ ਆਪਣੇ ਡ੍ਰੀਮਸ ਨੂੰ ਆਪਣੀ ਇੱਛਾਵਾਂ ਨੂੰ ਕਦੇ ਮਾਰੋ ਨਹੀਂ ਅਬ ਹਮੇਸ਼ਾ ਆਪਣੇ ਆਪ ਤੇ ਬਲੀਫ ਰੱਖੋ ਤੇ ਆਪਣੇ ਆਪ ਤੇ ਯਕੀਨ ਰੱਖੋ ਤੇ मतलब ਫਿਰ ਬਾਕੀ ਪਰਮਾਤਮਾ ਦੀ ਵੀ ਮਿਹਰ ਹੋਣੀ ਚਾਹੀਦੀ ਹੈ ਤੇ ਉਹਨਾਂ ਤੇ ਯਕੀਨ ਰੱਖੋ ਕਿ ਤੁਸੀਂ मतलब ਜੇ ਕੁਝ ਪਾਣਾ ਨਾ ਲਾਈਫ ਦੇ ਵਿੱਚ ਹਮੇਸ਼ਾ ਫੋਕਸ ਰਹੋ ਆਪਣੇ ਆਪ ਤੇ ਬਲੀਵ ਰੱਖੋ ਤੇ ਮੈਂ ਹਮੇਸ਼ਾ ਇਹ ਕਹਿਣਾ ਚਾਹੁੰਦੀ ਹਾਂ ਕਿ मतलब ਇਸ ਤਰ੍ਹਾਂ ਦੇ ਜਿਹੜੇ ਪੈਜਨਸ ਆਉਂਦੇ ਨੇ ਮਿਸਿਸ ਇੰਡੀਆ USA ਇਹ ਸਾਡੇ ਵਰਗੀ ਲੇਡੀਜ਼ ਨੂੰ ਕਾਫੀ ਇਨਸਪਾਇਰ ਕਰਦੇ ਨੇ ਕਿਉਂਕਿ ਸਾਨੂੰ ਅੱਜ ਇੱਕ ਇਹ ਪਲੇਟਫਾਰਮ ਦਿੰਦੇ ਨੇ ਮੈਨੂੰ ਇੱਕ ਇਹ ਪਲੇਟਫਾਰਮ ਮਿਲਿਆ ਕਿ ਅੱਜ ਮੈਂ ਜਸ ਪੰਜਾਬੀ ਚੈਨਲ ਵਿੱਚ ਆਈ ਹਾਂ ਤੇ ਮੈਂ ਬਾਕੀ ਸਾਰੇ ਯੂ نو ਲੇਡੀਜ਼ ਨੂੰ ਰਿਕੁਐਸਟ ਕਰਦੀ ਹਾਂ ਕਿ ਪਲੀਜ਼ ਤੁਸੀਂ ਅੱਗੇ ਆਓ ਆਪਣੇ ਡ੍ਰੀਮਸ ਜ਼ਰੂਰ ਲਿਵ ਕਰੋ ਕਿ ਸ਼ਾਦੀ ਤੋਂ ਬਾਅਦ मतलब ਇੱਦਾਂ ਨਹੀਂ ਸੋਚਣਾ ਕਿ ਹਾਂ ਸਾਡਾ ਵਿਆਹ ਹੋ ਗਿਆ ਹੁਣ ਸਾਡੇ ਯੂ نو ਬੱਚੇ ਹੋਣੇ ਹੈ ਆਫ ਕੋਰਸ ਉਹ ਤੇ ਹੁੰਦਾ ਹੀ ਹੈ ਲੇਕਿਨ ਜੇ ਤੁਹਾਡੇ ਕੋਈ ਡ੍ਰੀਮਸ ਹੈਗੇ ਤੁਹਾਡੀ ਕੁਝ ਤੁਸੀਂ ਹਟ ਕੇ ਕਰਨਾ ਚਾਹੁੰਦੇ ਹੋ ਤੇ ਜ਼ਰੂਰ मतलब ਤੁਸੀਂ ਕਰੋ ਮੈਰਿਜ ਸ਼ੁਡ ਨਾਟ ਬੀ ਦ ਐਂਡ ਟੂ ਐਵਰੀਥਿੰਗ ਇਟ ਐਕਚੁਅਲੀ ਇਜ਼ ਅ ਨਿਊ ਬਿਗਿਨਿੰਗ Oh, So, lovely. Lovely way to see it and definitely it is a new beginning. ਪਰ ਜਿਸ ਤਰ੍ਹਾਂ ਤੁਸੀਂ ਆਪਣੀ ਬਿਗਨਿੰਗ ਕੀਤੀ ਕਿੰਨੀ ਦੇਰ ਲੱਗੀ ਤੁਹਾਨੂੰ ਕਹਿਣ ਨੂੰ ਆਪਣੇ ਇਨ-ਲॉज ਨੂੰ ਜਾਂ ਇਹ ਕਿ ਯੂ نو ਵੇਅਰ ਡਿਡ ਦਿਸ ਕਮ ਕਿ ਚਲੋ ਲੈਟ ਮੀ ਟਰਾਈ ਮਿਸਿਸ ਇੰਡੀਆ ਮੈਂ ਐਕਚੁਅਲੀ ਇਸ ਮਾਮਲੇ 'ਚ ਕਾਫੀ ਲੱਕੀ ਸੀ ਕਿਉਂਕਿ ਮੇਰੇ ਹਸਬੈਂਡ ਨੇ ਖੁਦ ਮੈਨੂੰ ਬੋਲਤਾ ਉਹਨਾਂ ਨੇ ਮੈਨੂੰ ਕਿਹਾ ਕਿ ਯੂ نو ਨੇਹਾ ਤੁਸੀਂ ਕਿਉਂ ਨਹੀਂ ਜਾਂਦੇ मतलब ਮਿਸਿਸ ਇੰਡੀਆ USA ਐਕਚੁਅਲੀ ਮੈਂ ਜਾਣਾ ਚਾਹੁੰਦੀ ਸੀਗੀ ਪਿਛਲੇ ਸਾਲ ਲੇਕਿਨ ਮੈਂ ਨਹੀਂ ਜਾ ਪਾਈ ਬਿਕੋਜ਼ ਨਵਾਂ ਵਿਆਹ ਹੋਇਆ ਸੀਗਾ ਤੇ ਆਈ ਵਾਸ ਬਿਜ਼ੀ ਆਪਣੇ ਯੂ نو ਘਰ ਨੂੰ ਸੈਟਅਪ
ਕਰਨ ਲਈ ਤੇ ਫਿਰ ਇਨ ਲॉ ਸੇ ਮਤਲਬ ਮੇਰੇ ਬੜੇ ਐਕਸਾਈਟਡ ਹੁੰਦੇ ਨੇ ਮੇਰੀ ਮਦਰ ਇਨ ਲॉ ਸ਼ੀ ਇਜ਼ ਵੈਰੀ ਸਪੋਰਟਿਵ ਤੇ ਮਤਲਬ ਉਹ ਤੇ ਐਕਚੁਅਲੀ ਬਹੁਤ ਖੁਸ਼ ਹੁੰਦੇ ਨੇ ਕਿ ਮੈਂ ਮਾਡਲਿੰਗ ਕਰਾਂ ਜਾਂ ਇੱਦਾਂ ਕਰਾਂ ਤੇ ਫਿਰ ਇਟ ਵਾਸ ਜਸਟ ਅ ਮੈਟਰ ਆਫ ਟਾਈਮ ਤੇ ਮੇਰੇ ਹਸਬੰਡ ਨੇ ਕਿਹਾ ਕਿ ਚਲੋ ਇਹ ਪੈਜੈਂਟ ਦਾ ਤੈਨੂੰ ਹੁਣ ਦੁਬਾਰਾ ਮੌਕਾ ਮਿਲਦਾ ਪਿਆ ਤੇ ਵਾਈ ਡੋਂਟ ਯੂ ਗੋ ਤੇ ਕਨਵਿੰਸਿੰਗ ਦੀ ਤਾਂ ਕੋਈ ਗੱਲ ਹੀ ਨਹੀਂ ਆਈ ਇਨਫੈਕਟ ਮਤਲਬ ਉਹਨਾਂ ਨੂੰ ਬਸ ਇਹੀ ਸੀਗਾ ਕਿ ਬੇਟਾ ਬਸ ਜਿੱਤ ਕੇ ਆਣਾ ਦੈਟਸ ਆਲ ਦੇ ਵਾਂਟਡ ਦੇ ਲਾਈਕ ਜਸਟ ਬ੍ਰਿੰਗ ਹੋਮ ਦ ਕਰਾਊਨ ਰਾਈਟ ਸੋ ਕਿੱਥੇ ਹੋਇਆ ਇਹ ਲਾਸਟ ਜਿਹੜਾ ਫਾਈਨਲ ਹੋਇਆ ਰਾਇਲ ਐਲਬਰਟਸ ਪੈਲੇਸ ਇਨ ਨਿਊ ਜਰਸੀ ਐਡੀਸਨ ਠੀਕ ਹੈ ਸੋ ਤੁਹਾਡੀ ਫੈਮਿਲੀ ਸਾਰੀ ਨਾਲ ਸੀ ਉਸ ਵੇਲੇ ਦਾ ਲਾਸਟ ਓ ਯੈਸ ਮਤਲਬ ਮੈਂ ਇਨਫੈਕਟ ਜੋ ਜਿੱਤੀ ਤੇ ਮਤਲਬ ਉਹ ਤੇ ਇੰਨਾ ਖੁਸ਼ ਹੋਏ ਉਹਨਾਂ ਦੇ ਚਿਹਰੇ ਤੇ ਰਿਲੀਫ ਲਿਖਿਆ ਹੋਇਆ ਸੀਗਾ ਕਿ ਓਕੇ ਫਾਈਨਲੀ ਸ਼ੀ ਗਾਟ ਇਟ ਐਂਡ ਮੇਰੇ ਹਸਬੰਡ ਤੇ ਪੂਰੇ ਹੀ ਵਾਸ ਜੰਪਿੰਗ ਲਾਈਕ ਅ ਕਿਡ So what about you? Like you got it and were you looking for them or you were just like, the typical, I don't know what to do. I was definitely very, very happy. ਐਂਡ ਜਿੱਦਾਂ ਮੈਂ ਕਿਹਾ ਕਿ ਮਤਲਬ ਮੈਂ ਮਨ ਬਣਾ ਕੇ ਗਈ ਸੀ ਕਿ ਮਤਲਬ ਮੈਂ ਜਿੱਤਣਾ ਹੀ ਹੈ ਤੇ ਫਿਰ ਆਫ ਕੋਰਸ ਇਟਸ ਅ ਮੋਮੈਂਟ ਆਫ ਸ਼ੌਕ ਇਟਸ ਅ ਮੋਮੈਂਟ ਆਫ ਡਿਸਬਿਲੀਫ ਬਟ ਐਟ ਦ ਸੇਮ ਟਾਈਮ ਬਹੁਤ ਮਤਲਬ ਰਿਲੀਫ ਲੱਗਿਆ ਐਂਡ ਸਭ ਤੋਂ ਪਹਿਲਾਂ ਮੈਂ ਮਤਲਬ ਵਾਹਿਗੁਰੂ ਜੀ ਦਾ ਮਤਲਬ ਉਹਨਾਂ ਨੂੰ ਥੈਂਕ ਯੂ ਕੀਤਾ ਤੇ ਮਤਲਬ ਮੇਰੇ ਪੇਰੈਂਟਸ ਤੇ ਮੇਰੇ ਹਸਬੈਂਡ ਮਤਲਬ ਸਾਹਮਣੇ ਹੀ ਬੈਠੇ ਸੀਗੇ ਤੇ ਉਹਨਾਂ ਨੂੰ ਮੈਂ ਰੀਲੀ ਮਤਲਬ ਆਈ ਵਾਸ ਵੈਰੀ ਹੈਪੀ that we can see ਤੁਸੀਂ ਸਾਰਾ ਉਹੀ ਜਿਵੇਂ ਜੱਸੀ ਜੀ ਨੇ ਕਿਹਾ credit you are giving to your family ਇਹ ਵੀ ਦੱਸੋ ਕਿ ਜਦੋਂ ਇਸ ਤਰ੍ਹਾਂ ਦਾ ਕੋਈ ਕਰਾਊਨ ਮਿਲਦਾ ਹੈ ਇੱਕ ਤੁਸੀਂ ਯੂ ਹੈਵ ਬੀਨ ਉਂਝ ਕਿਸੇ ਨੂੰ ਕਹਿਣਾ ਕਿ ਬਹੁਤ ਸੋਹਣੇ ਹੋ ਬਟ ਨਾਓ ਦ ਵਰਲਡ ਇਜ਼ ਸੇਇੰਗ ਓਕੇ ਯੂ ਆਰ ਮੋਸਟ ਬਿਊਟੀਫੁਲ ਤੇ ਤੁਹਾਨੂੰ ਕੀ ਸੈਂਸ ਆਫ ਰਿਸਪੌਂਸਿਬਿਲਿਟੀ ਐਂਡ ਤੁਹਾਨੂੰ ਕੀ ਲੱਗਦਾ ਕਿ ਉਸ ਵੇਲੇ ਕੀ ਦਿਮਾਗ 'ਚ ਆਉਂਦਾ ਕਿ ਵਾਟ ਡੂ ਆਈ ਵਾਂਟ ਟੂ ਡੂ ਨਾਓ ਆਈ ਹੈਵ ਪਾਵਰ ਇਨ ਮਾਈ ਹੈਂਡ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਮੇਰੇ ਲਈ ਸਭ ਤੋਂ ਇੰਪੋਰਟੈਂਟ ਇਹ ਚੀਜ਼ ਹੈਗੀ ਕਿ ਤੁਸੀਂ ਆਪਣਾ ਹਮੇਸ਼ਾ ਇੱਕ ਰਾਈਟ ਐਟੀਕੇਟ ਰੱਖੋ ਤੇ ਮੇਰੇ ਪੇਰੈਂਟਸ ਨੇ ਹਮੇਸ਼ਾ ਮੈਨੂੰ ਇਹ ਸਿਖਾਇਆ ਕਿ ਤੁਸੀਂ ਲਾਈਫ 'ਚ ਕਿੰਨੇ ਵੀ ਉੱਚੇ ਨਾ ਚਲੇ ਜਾਓ ਕਿੰਨੇ ਵੀ ਤੁਸੀਂ ਅੱਗੇ ਸਕਸੈਸ ਪਾ ਲਓ ਤੁਸੀਂ ਹਮੇਸ਼ਾ ਆਪਣਾ ਨਾ ਹੰਬਲ ਗਰਾਊਂਡ ਰੱਖਣਾ ਹੈ ਹਮੇਸ਼ਾ ਆਪਣੇ ਪੈਰ ਜ਼ਮੀਨ ਤੇ ਰੱਖੋ ਬਿਕੋਜ਼ ਸਕਸੈਸ ਤੇ ਆਉਂਦੀ ਜਾਂਦੀ ਰਹਿੰਦੀ ਹੈ ਲੇਕਿਨ ਤੁਸੀਂ ਕਦੇ ਵੀ ਮਤਲਬ ਆਪਣੀ ਵੈਲਿਊਜ਼ ਨਹੀਂ ਭੁੱਲਣੇ ਜਿਹੜੇ ਮਤਲਬ ਮੇਰੇ ਪੇਰੈਂਟਸ ਨੂੰ ਦਿੱਤੇ ਅੱਜ ਵੀ ਮਤਲਬ ਮੈਨੂੰ ਕਮਿਊਨਿਟੀ ਇਵੈਂਟਸ ਤੇ ਬੁਲਾਇਆ ਜਾਂਦਾ ਹੈ ਤੇ ਆਈ ਜਸਟ ਮੀਟ ਐਂਡ ਗ੍ਰੀਟ them just like any other normal girl so yes there's a lot of pride I take in myself but at the same time I'm thankful to my mom and dad ਕਿ ਉਹਨਾਂ ਨੇ ਇਦਾਂ ਦੀ ਵੈਲਿਊਜ਼ ਦਿੱਤੀਆਂ ਕਿ ਮਤਲਬ ਮੇਰੇ ਸਿਰ ਤੇ ਮਤਲਬ yeah it doesn't affect me like I don't I'm not a very arrogant personality I don't do that ਮਤਲਬ ਆਪਣੇ ਤੋਂ ਦੂਸਰਿਆਂ ਨੂੰ ਕਦੇ ਮੈਂ ਛੋਟਾ ਨਹੀਂ ਦਿਖਾਉਂਦੀ ਆਈ ਡੋਂਟ ਥਿੰਕ ਦੈਟਸ ਰਾਈਟ ਐਟੀਟਿਊਡ ਸਪੈਸ਼ਲੀ ਵਿਦ ਅ ਪਬਲਿਕ ਫਿਗਰ ਲਾਈਕ ਮੀ ਆਈ ਥਿੰਕ ਹਮੇਸ਼ਾ ਤੁਸੀਂ ਲੋਕਾਂ ਨੂੰ ਨਾ ਮਤਲਬ ਇੱਕ ਰਿਸਪੈਕਟ ਦਿਓ ਤੇ ਵਾਪਸ ਰਿਸਪੈਕਟ ਮਿਲਦੀ ਹੈ ਤੁਹਾਨੂੰ ਵਾਓ very nice so what would you tell young girls who are pretty and who are every girl is pretty ਮੇਰੇ ਹਿਸਾਬ ਨਾਲ ਹਰ ਕੁੜੀ 'ਚ ਖੂਬਸੂਰਤੀ ਹੈ ਬਟ ਕੀ ਕਹੋਗੇ ਉਹਨਾਂ ਨੂੰ ਕਿ who are aspirants ਜਿਨ੍ਹਾਂ ਨੂੰ ਲੱਗਦਾ ਹੈ ਕਿ ਹਾਂ ਮੈਂ ਵੀ ਪੇਜੈਂਟ 'ਚ ਜਾਵਾਂ ਕੋਈ ਕੁਝ ਖਾਸ ਉਹਨਾਂ ਨੂੰ ਮੈਸੇਜ ਕੁੜੀਆਂ ਨੂੰ ਵੀ ਤੇ even ਮਿਸਿਸ ਪੇਜੈਂਟ ਵਾਸਤੇ what do you think ਮੈਂ ਉਹਨਾਂ ਨੂੰ ਇਹ ਕਹਾਂਗੀ ਕਿ ਜਦੋਂ ਮੈਂ ਆਪਣਾ ਇਹ ਸਫ਼ਰ ਸ਼ੁਰੂ ਕੀਤਾ ਸੀਗਾ ਮਿਸਿਸ ਇੰਡੀਆ ਨਿਊਯਾਰਕ ਐਂਡ USA ਦਾ ਤੇ ਉਹਦਾ ਮੇਰੇ 'ਚ ਵੀ ਕਾਫੀ ਡਾਊਟਸ ਹੁੰਦੇ ਸੀਗੇ ਲੇਕਿਨ ਤੁਸੀਂ ਲਾਈਫ 'ਚ ਰਿਸਕ ਲੈਣਾ ਸਿੱਖੋ ਤੁਸੀਂ ਹਮੇਸ਼ਾ ਆਪਣੇ ਆਪ ਨੂੰ ਨਾ ਮਤਲਬ ਇੱਕ ਇੱਦਾਂ ਦਾ ਇੰਡੀਵਿਜੂਅਲ ਬਣਾਓ ਕਿ ਮਤਲਬ ਤੁਸੀਂ ਆਪਣੇ ਆਪ 'ਤੇ ਯਕੀਨ ਰੱਖੋ ਕਿਉਂਕਿ ਜੇ ਤੁਸੀਂ ਰਿਸਕ ਨਹੀਂ ਲਓਗੇ ਲਾਈਫ 'ਤੇ ਤੁਸੀਂ ਵੱਡਾ ਨਹੀਂ ਸੋਚੋਗੇ ਤੇ ਤੁਸੀਂ ਲਾਈਫ 'ਚ ਅੱਗੇ ਕਦੇ ਵੱਧ ਵੀ ਨਹੀਂ ਸਕਦੇ ਤੇ ਫਿਰ ਮਾਈ ਮੈਸੇਜ ਟੂ ਆਲ ਦ ਗਰਲਸ ਆਊਟ ਦੇਅਰ ਕਿ ਡੈਫੀਨਿਟਲੀ ਜੇ ਤੁਸੀਂ ਪੈਜੈਂਟ ਲਾਈਫ 'ਚ ਆਉਣਾ ਚਾਹੁੰਦੇ ਹੋ ਜਾਂ ਪੈਜੈਂਟ ਲਾਈਫ ਵੀ ਮਤਲਬ ਛੋੜੋ ਕੁਝ ਅਲੱਗ ਕਰਨਾ ਚਾਹੁੰਦੇ ਹੋ ਜ਼ਿੰਦਗੀ 'ਚ ਆਪਣੀ ਪਹਿਚਾਣ ਬਣਾਉਣਾ ਚਾਹੁੰਦੇ ਹੋ ਤੇ ਫਿਰ ਇਟ ਆਲ ਸਟਾਰਟਸ ਵਿਦ ਯੂ ਡਰੀਮਿੰਗ ਬਿਗ ਐਂਡ ਯੂ ਡਰੀਮਿੰਗ ਬਿਗ ਲੀਡਸ ਟੂ ਯੂ ਬਿਲੀਵਿੰਗ ਇਨ ਯੋਰਸੈਲਫ ਤੇ ਆਪਣੇ ਆਪ 'ਤੇ ਤੁਸੀਂ ਯਕੀਨ ਰੱਖੋ ਤੇ ਫਿਰ ਦੁਨੀਆ ਵੀ ਤੁਹਾਡੇ ਕਦਮ ਚੁੰਮੇਗੀ So sweet. So sweet. Yeah. So very well, Neha. We are so glad कि तुसी इत्थे आए and you've honored us. Thank you. And सारे परिवार ਨੂੰ ਗਲਬਾਤ ਦੇ ਪਰਿਵਾਰ ਨੂੰ ਤੁਸੀਂ ਮਿਲੇ ਉਹਨਾਂ ਦੀਆਂ ਕੁੜੀਆਂ ਉਹਨਾਂ ਦੀਆਂ ਨੂੰਹਾਂ ਧੀਆਂ ਨੂੰ ਸਭ ਨੂੰ ਇਨਸਪਾਇਰ ਕੀਤਾ ਕਿ ਮੈਰਿਜ ਇਜ਼ ਅ ਨਿਊ ਬਿਗਨਿੰਗ ਸੋ ਬਿਲਕੁਲ ਆਪਣੇ ਡ੍ਰੀਮਸ ਨੂੰ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਉਹਨੂੰ ਭੁੱਲੋ ਨਹੀਂ ਜ਼ਰੂਰ ਉਹਦੇ ਤੇ ਫੋਕਸ ਰੱਖੋ ਔਰ ਮਨਾ ਲਓ ਆਪਣੇ ਜਿਵੇਂ ਤੁਸੀਂ ਕਿਹਾ ਕਿ ਨਾਟ ਨੈਸੈਸਰੀ ਪੈਜੈਂਟ ਬਟ ਸਾਰਿਆਂ ਨੂੰ ਮਨਾ ਕੇ ਨਾਲ ਚੱਲੋ ਹਾਂ ਸਾਰਿਆਂ ਨੂੰ ਮਨਾ ਕੇ ਨਾਲ ਚੱਲੋ ਬਿਕਾਜ਼ ਮੇਰੇ ਫੈਮਿਲੀ ਦਾ ਸਪੋਰਟ ਹੀ ਸੀਗਾ ਜਿਹੜਾ ਮੈਨੂੰ ਅੱਜ ਇੰਨੇ ਅੱਗੇ ਲੈ ਕੇ ਆਇਆ ਤੇ ਮੈਂ ਰੀਲੀ ਮਤਲਬ ਧੰਨਵਾਦ ਕਰਦੀ ਹਾਂ ਜਸ ਪੰਜਾਬੀ ਦਾ ਕਿ ਉਹਨਾਂ ਨੇ ਮੈਨੂੰ ਇੱਦਾਂ ਦੀ ਇੱਕ ਚਾਂਸ ਦਿੱਤਾ ਕਿ ਮੈਂ ਇੱਥੇ ਆ ਕੇ ਬੋਲਾਂ ਤੇ ਲੋਕਾਂ ਤੱਕ ਮਤਲਬ ਆਪਣੀ ਆਵਾਜ਼ ਪਹੁੰਚਾ ਸਕਾਂ ਕਿ ਤੁਸੀਂ ਮਤਲਬ ਆਪਣੇ ਆਪ ਨੂੰ ਹਮੇਸ਼ਾ ਅੱਗੇ ਲਿਆਓ ਮੈਰਿਜ ਇਜ਼ ਨਾਟ ਦੀ ਐਂਡ ਟੂ ਐਵਰੀਥਿੰਗ
ਤੇ ਹਮੇਸ਼ਾ ਮਤਲਬ ਇਹ ਸੋਚੋ ਕਿ ਤੁਸੀਂ ਆਪਣੇ ਆਪ ਤੇ ਯਕੀਨ ਰੱਖੋ। Thank you so much, yeah. Neha, and we wish you success in Thank future. you. Wish you good luck for your fashion line. Thank you. So, Sony Gal Couture. Sony Calculator. Thank you so Yeah. much. Thank you. Thank you. ਸੋ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਬਟ ਟੁਮਾਰੋ, ਕੱਲ ਅਸੀਂ ਕਰ ਰਹੇ ਹਾਂ 2016 ਵਿੱਚ ਤੁਹਾਡੇ ਰੈਜ਼ੋਲੂਸ਼ਨਸ ਕੀ ਹੈ? ਵਾਟ ਡੂ ਯੂ ਥਿੰਕ? ਕੀ ਨਵਾਂ ਸੋਚਿਆ ਹੈ ਤੁਸੀਂ ਕਿ ਹਾਂ ਬਣਾਉਂਦੇ ਆ ਤੋੜਨ ਵਾਸਤੇ ਇਹ ਗੱਲਾਂ ਅਸੀਂ ਫਿਰ ਕਰਾਂਗੇ, ਪਰ ਕੁਝ ਜ਼ਰੂਰ ਸੋਚਿਆ ਹੋਏਗਾ ਕਿ ਮੈਂ ਇਹਨੂੰ ਚੇਂਜ ਕਰਨਾ ਹੈ, ਮੈਂ ਨਵਾਂ ਕਰਨਾ ਹੈ, ਉਹ ਸ਼ੇਅਰ ਕਰੋ ਕੱਲ ਸੇਮ ਟਾਈਮ। ਫॉर नाउ, ਸਤਿ ਸ਼੍ਰੀ ਅਕਾਲ।